ਸਿੱਖਾਂ ਦੇ ਬੱਚੇ ਆ, ਸਾਡੀ ਸਿੱਖ ਕੌਮ ਮਾਰਸ਼ਲ ਕੌਮ ਆ ਇੱਕ, ਅਸੀਂ ਡਰਨ ਵਾਲੇ ਨਹੀਂ ਹੈਗੇ। ਸਾਡੇ ਤਖਤ ਸਾਹਿਬਾਨ ਤੇ ਆ ਕੇ ਕੋਈ ਐਡੀ ਵੱਡੀ ਘਟਨਾ ਵਾਪਰ ਜੇ ਤੇ ਬੰਦੇ ਦੀ ਧੌਣ ਧੜ ਤੋਂ ਵੱਖ ਕਰਨੀ ਚਾਹੀਦੀ ਸੀ। ਚਾਦਰੇ ਪਾਈ 3 ਫੁੱਟੀ ਕਿਰਪਾਨ ਨਾਲ ਸਿਰ ਉਹਦਾ ਕੱਦੂ ਲਾ ਕੇ ਮਾਰਦੇ ਤੇ ਮੁੜ ਕੇ ਕੋਈ ਇਦਾਂ ਦੀ ਬੇਅਦਬੀ ਨਾ ਹੁੰਦੀ। ਗੈਰ ਬੰਦਾ ਆ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਉੱਤੇ ਆ ਕੇ ਸਿਗਰਟ ਦਾ ਧੂੰਆਂ ਮੂੰਹ ਤੇ ਫੁੱਕ ਜੇ ਆ ਕੇ ਤੇ ਸਿੱਖ ਜਿਉਂਦੇ ਕਾਹਦੇ ਵਾਸਤੇ ਮਰ ਜਾਣਾ ਚਾਹੀਦਾ। ਇੱਕ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਭੰਗੜਾ ਸਟੈਚੂ ਬੁੱਤ ਲੱਗੇ ਹੋਏ ਸੀ ਜੀ, ਤੇ ਉਹ ਵੀ ਮਹਾਰਾਜ ਨੇ ਸੇਵਾ ਸਾਡੇ ਤੋਂ ਹੀ ਲਈ ਸੀ, ਉਹ ਅਸੀਂ ਹੀ ਤੋੜੇ। ਟਾਸਕ ਫੋਰਸ ਸਿਰਫ ਸਿੱਖਾਂ ਨੂੰ ਕੁੱਟਣ ਲਈ ਹੀ ਸ਼੍ਰੋਮਣੀ ਕਮੇਟੀ ਨੇ ਭਰਤੀ ਕੀਤੀ ਹੋਈ ਆ। ਉਹ ਬੰਦਾ ਪੁਲਿਸ ਕਸਟਡੀ ਵਿੱਚ ਹੈ, ਪਰ ਉਹ ਮੇਰੀ ਰਿਮਾਂਡ ਵਿੱਚ ਹੈਗਾ। ਤੇ ਤੁਸੀਂ ਕਹਿ ਰਹੇ ਹੋ ਕਿ 4 ਦਿਨਾਂ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਸਾਹਮਣੇ ਲਿਆ ਕੇ ਦੱਸ ਸਕਦਾ ਵਾਂ। ਇਸ ਬਾਰੇ ਤੁਸੀਂ ਕੀ ਜਾਣਨਾ ਪਾਓਗੇ? ਕਿਉਂਕਿ ਪੁਲਿਸ ਦੇ ਉੱਤੇ ਯਕੀਨ ਨਹੀਂ ਹੈਗਾ। ਵੀ ਕਮੇਟੀ ਰਲੀ ਹੋਈ ਹੈ, ਕਮੇਟੀ ਵੀ ਸਾਨੂੰ ਕੁਝ ਨਹੀਂ ਦੱਸਦੀ, ਇਸ ਕਰਕੇ ਇਹਨੂੰ ਭੰਗ ਕਰਕੇ ਨਵੇਂ ਮੈਂਬਰ ਪਾਏ ਜਾਣ। ਤੁਸੀਂ ਦੱਸ ਰਹੇ ਸੀਗੇ ਕਿ 4 ਦਿਨਾਂ ਦੇ ਵਿੱਚ ਤੁਹਾਡੇ ਕੋਲ ਉਹਨਾਂ ਦੀਆਂ CCTV ਵੀਡੀਓ ਵੀ ਹੈਗੀਆਂ ਨੇ, A to ਲੈ ਕੇ Z ਸਾਰਾ ਕੁਝ ਤੁਹਾਡੇ ਕੋਲ ਹੈਗਾ ਹੈ, ਪਰ ਤੁਸੀਂ ਹੁਣ ਸੰਗਤ ਦੇ ਸਾਹਮਣੇ, ਪੰਥ ਦੇ ਸਾਹਮਣੇ ਨਹੀਂ ਲਿਆ ਰਹੇ। ਇਹਦੇ ਪਿੱਛੇ ਕੀ ਕਾਰਨ ਹੈਗੇ ਨੇ? ਬਾਅਦ ਹੀ ਪਤਾ ਲੱਗਿਆ ਵੀ ਇਹ ਜਿਹੜਾ ਪਰਿਵਾਰ ਆ ਇਹ ਸਰਸੇ ਆਉਂਦਾ ਜਾਂਦਾ। ਇਹਦੀ ਜਿਹੜੀ ਪਤਨੀ ਹਰਪ੍ਰੀਤ ਕੌਰ ਆ, ਉਹਦੀ PhD ਕੀਤੀ ਆ, ਆਪੇ 5 ਪਾਸ ਆ। ਅਨਪੜ੍ਹ ਬੰਦੇ ਨਾਲ PhD ਕਰਨ ਵਾਲੀ ਕੁੜੀ ਵਿਆਹ ਕਿਵੇਂ ਕਰਾ ਲੂਗੀ? ਜਿਹੜੇ ਬੰਦੇ ਅਸੀਂ ਅਰੈਸਟ ਕਰਨੇ ਆ, ਪੁਲਿਸ ਨੇ ਫੜਨੇ ਆ, ਉਹ ਬੰਦਿਆਂ ਦੇ ਜੇ ਮੈਂ ਪਹਿਲੋਂ ਨਾਂ ਦੇਤੇ ਉਹ ਬਈ ਫਰਾਰ ਹੋ ਜਾਣਗੇ, ਤੁਹਾਨੂੰ ਮਿਲਣੇ ਨਹੀਂ ਸਾਨੂੰ। ਹੁਣ ਆ ਬੰਦੇ ਨੂੰ ਤੁਸੀਂ ਫੜ ਲਿਆ, ਇਹਦੇ ਨਾਲ ਜਿੰਨੇ ਵੀ ਐਂਗਲ ਹੈਗੇ ਨੇ ਉਹ ਆਟੋਮੈਟਿਕਲੀ ਅਲਰਟ ਹੋ ਗਏ ਨੇ, ਸਾਵਧਾਨ ਹੋ ਗਏ। ਉਹ ਕਿਤੇ ਨਾ ਕਿਤੇ ਇੱਧਰ ਉੱਧਰ ਚਲੇ ਗਏ। ਹੁਣ ਉਹ ਰੁਕਦੇ ਥੋੜੀ ਨੇ ਕਿ ਅੰਮ੍ਰਿਤਪਾਲ ਜੀ ਆਣਗੇ, ਤਹਿਕੀਕਾਤ ਕਰਨਗੇ ਤੇ ਫਿਰ ਆਪਾਂ ਸਾਹਮਣੇ ਆਵਾਂਗੇ। ਤੇ ਮੈਨੂੰ ਕਮੇਟੀ ਚੋਂ ਬਾਹਰ ਕਰ ਦਿੱਤਾ ਗਿਆ ਤੇ ਮੈਂ ਕਮੇਟੀ ਚੋਂ ਬਾਹਰ ਆ ਕੇ ਸਾਰਾ ਕੁਝ ਸੰਗਤ ਦੇ ਮੂਹਰੇ ਰੱਖਤਾ ਵੀ ਜੇ ਇੰਨੀ ਇਨਫੋਰਮੇਸ਼ਨ ਕਿਸੇ ਹੋਰ ਬੰਦੇ ਕੋਲੇ ਹੈਗੀ ਆ ਤੇ ਮੈਨੂੰ ਦੱਸੋ, ਜੇ ਮੇਰੇ ਕੋਲੇ ਇੰਨੀ ਇਨਫੋਰਮੇਸ਼ਨ ਆ ਤੇ ਮੈਨੂੰ ਕੱਢਿਆ ਕਿਉਂ? ਤੇ ਜਿਨ੍ਹਾਂ ਨੇ ਮੈਨੂੰ ਕਢਾਇਆ ਫਿਰ ਉਹ ਰਲੇ ਹੋਣਗੇ ਉਹਨਾਂ ਦੇ ਨਾਲ। ਕੌਣ ਹੋ ਸਕਦੇ ਨੇ ਜਿਨ੍ਹਾਂ ਨੇ ਐਸੇ ਕੰਮ ਨੂੰ ਅੰਜਾਮ ਦਿੱਤਾ ਜਾਂ ਤੁਹਾਨੂੰ ਕਮੇਟੀ ਵਿੱਚੋਂ ਕੱਢਿਆ? ਕੀ ਤੁਸੀਂ ਉਹਨਾਂ ਦੇ ਨਾਮ ਦੱਸ ਸਕਦੇ ਹੋ ਕਿ ਤੁਹਾਡੀ ਕਮੇਟੀ ਵਿੱਚ ਜਿਸ ਟਾਈਮ ਤੁਸੀਂ ਕਮੇਟੀ ਵਿੱਚ ਸ਼ਾਮਲ ਹੋਏ ਸੀ ਕੌਣ ਸਨ, ਤੇ ਹੁਣ ਜਿਹਨੂੰ ਤੁਹਾਨੂੰ ਕੱਢ ਕੇ ਉਹਨਾਂ ਨੂੰ ਕਿਹੜੇ ਬੰਦਿਆਂ ਨੂੰ ਅੰਦਰ ਕੀਤਾ, ਉਹਨਾਂ ਦੇ ਨਾਮ ਦੱਸ ਸਕਦੇ ਹੋ ਆਪ ਜੀ? ਹੁਣ ਜਿਹੜੀਆਂ ਇਹ ਗੁਪਤ ਗੱਲਾਂ ਹੁੰਦੀਆਂ, ਗੁਪਤ ਇਨਫੋਰਮੇਸ਼ਨ ਆ, ਇਹ ਤਾਂ ਅਸੀਂ ਉਦੋਂ ਹੀ ਲੋਕਾਂ ਨੂੰ, ਸੰਗਤ ਨੂੰ ਦੱਸ ਸਕਦੇ ਆ ਨਾ ਜਦੋਂ ਬੰਦੇ ਦਾ ਕੇਸ ਨਿਬੜ ਗਿਆ। ਕੀ ਤੁਸੀਂ ਪੁਲਿਸ ਰਿਮਾਂਡ ਵਿੱਚ ਹਲੇ ਉੱਥੇ ਹੈਗੇ ਹੋ, ਸੇਵਾ ਕਰਦੇ ਪਏ ਹੋ, ਉਸ ਬੰਦੇ ਕੋਲੋਂ ਪੁੱਛਗਿੱਛ ਤੁਸੀਂ ਕਰਦੇ ਪਏ ਹੋ ਜਾਂ ਤੁਹਾਡੀ ਉਹ ਸਾਰੀ ਬੰਦ ਕਰਵਾ ਦਿੱਤੀ ਗਈ ਹੈ? ਇਹ ਬੰਦਾ ਮੋਨਾ ਵਾ, ਸਰਸੇ ਵਾਲੇ ਦਾ ਪਾਸ਼ ਕਾਹਨੂੰ ਮੰਨਦਾ ਵਾ ਜੀ। ਫਿਰ ਇਹ 8 ਦਿਨ ਪਹਿਲਾਂ ਇਹਨੇ ਅੰਮ੍ਰਿਤ ਵੀ ਛਕਿਆ। ਇਹਨੂੰ ਅੰਮ੍ਰਿਤ ਛਕਣ ਲਈ ਕਿਹਨੇ ਆਖਿਆ? ਇਹਨੂੰ ਅੰਮ੍ਰਿਤ ਛਕਾਉਣ ਲਈ ਕੌਣ ਲੈ ਕੇ ਗਿਆ? ਇਹਨੇ ਕਕਾਰ ਕਿਹਨੇ ਲਿਆ ਕੇ ਦਿੱਤੇ, ਕਿੱਥੋਂ ਲਏ? ਸੰਗਤ ਦੇ ਰੌਲਾ ਪਾਉਣ ਨਾਲ ਮੈਨੂੰ ਕਮੇਟੀ ਚੋਂ ਕੱਢਿਆ ਗਿਆ ਤੇ ਮੇਰਾ ਸਾਰੀ ਇਨਫੋਰਮੇਸ਼ਨ ਇੱਥੇ ਬੰਦ ਹੋ ਗਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ USA ਚੈਨਲ। ਮੈਂ ਹਾਂ ਚਰਨਜੀਤ ਕੌਰ UK ਤੋਂ। ਜਿਵੇਂ ਆਪ ਜੀ ਜਾਣਦੇ ਹੋ ਕਿ ਬੀਤੇ ਦਿਨਾਂ ਵਿੱਚ ਸਿੱਖਾਂ ਦੇ ਤੀਜੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਨੰਦਪੁਰ ਸਾਹਿਬ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ, ਜੋ ਕਿ ਗੁਰਦੁਆਰੇ ਸਾਹਿਬ ਦੇ ਅੰਦਰ ਸਵੇਰੇ ਅੰਮ੍ਰਿਤ ਵੇਲੇ 4 ਵਜੇ ਜਦੋਂ ਗ੍ਰੰਥੀ ਸਾਹਿਬਾਨ
ਗੁਰੂ ਘਰ ਦੇ ਵਿੱਚ ਪ੍ਰਕਾਸ਼ ਕਰਨ ਲੱਗੇ ਤਾਂ ਉਹਨਾਂ ਨੇ ਦੇਖਿਆ ਕਿ ਦਰਬਾਰ ਸਾਹਿਬ ਦੇ ਵਿੱਚ ਇੱਕ ਅਜਨਬੀ, ਇੱਕ ਇਨਸਾਨ ਖੜਾ ਹੈ, ਇੱਕ ਵਿਅਕਤੀ ਖੜਾ ਹੈ, ਜੋ ਕਿ ਘੰਟਾ ਬੱਧੀ ਉੱਥੇ ਖੜਾ ਰਿਹਾ। ਤੇ ਜਦੋਂ ਉਹਨਾਂ ਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦਰਬਾਰ ਸਾਹਿਬ ਦੇ ਵਿੱਚ ਲਿਆਂਦੇ ਅਤੇ ਪ੍ਰਕਾਸ਼ ਕਰਨ ਲੱਗੇ, ਤੇ ਜਦੋਂ ਵੀ ਉਹਨਾਂ ਨੇ ਪ੍ਰਕਾਸ਼ ਕੀਤਾ ਤੇ ਉੱਥੇ ਜਿਹੜਾ ਖੜਾ ਬੰਦਾ ਸੀ, ਉਹਨੇ ਦੇ ਬੁੱਲਾਂ ਦੇ ਵਿੱਚ ਲਿਪਟੀ ਹੋਈ ਜਿਹੜੀ ਬੀੜੀ ਸੀ, ਸਿਗਰਟ ਸੀ, ਉਹਨੇ ਸਿਗਰਟ ਦਾ ਧੂੰਆਂ ਗੁਰੂ ਗ੍ਰੰਥ ਸਾਹਿਬ ਜੀ ਵੱਲ ਨੂੰ ਕਰਕੇ ਸੁੱਟਿਆ ਅਤੇ ਗ੍ਰੰਥੀ ਸਾਹਿਬਾਨਾਂ ਦੇ ਉੱਪਰ ਵੀ ਜਾ ਕੇ ਸੁੱਟਿਆ ਧੂੰਆਂ। ਬੜੀ ਮੰਦਭਾਗੀ ਘਟਨਾ ਵਾਪਰੀ ਤੇ ਉਸੇ ਹੀ ਦੌਰਾਨ ਦੇ ਵਿੱਚ ਅਚਨਚੇਤ ਜਿਹੜੇ ਉੱਥੇ ਦੇ ਸੇਵਾਦਾਰ ਤੇ ਕਰਮਚਾਰੀ ਤੇ ਗ੍ਰੰਥੀ ਸਾਹਿਬਾਨ ਸਨ, ਉਹਨਾਂ ਨੇ ਉਸ ਬੰਦੇ ਨੂੰ ਦਬੋਚ ਲਿਆ, ਫੜ ਕੇ ਤੇ ਉਹਨਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਸੋ ਬੰਦਾ ਇਸ ਸਮੇਂ ਪੁਲਿਸ ਦੀ ਕਸਟਡੀ ਵਿੱਚ ਹੈਗਾ ਹੈ ਤੇ ਨਾਲ ਦੀ ਨਾਲ ਦੱਸੀ ਜਾਈਏ ਤੇ ਜੋ ਇਸ ਸਮੇਂ ਦੇ ਵਿੱਚ ਉੱਥੇ ਜਿਹੜੇ ਨਿਹੰਗ ਸਿੰਘ ਸਾਡੇ ਸੇਵਾਦਾਰ ਵੀਰ ਅੰਮ੍ਰਿਤਪਾਲ ਸਿੰਘ ਜੀ ਮੇਰੋ ਵਾਲੇ, ਉਹ ਵੀ ਉੱਥੇ ਹੈਗੇ ਨੇ। ਉਹਨਾਂ ਨੇ ਵੀ ਉਸ ਬੰਦੇ ਨੂੰ, ਉਹ ਆਖਦੇ ਨੇ ਕਿ ਉਹ ਬੰਦਾ ਸਾਡੀ ਕਸਟਡੀ 'ਚ ਹੈ, ਅਸੀਂ ਉਹਦੇ ਉੱਪਰ ਉਹਦੀ ਤਸ਼ਵੀਸ਼ ਕਰਾਂਗੇ ਤੇ ਉਹ ਹੈਗਾ ਤਾਂ ਪੁਲਿਸ ਰਿਮਾਂਡ ਵਿੱਚ ਹੈ। ਨਾਲ ਦੀ ਨਾਲ ਉਹ ਇਹ ਵੀ ਕਹਿੰਦੇ ਨੇ ਕਿ ਉਹ ਸਾਡੀ ਕਸਟਡੀ 'ਚ ਸਾਡੇ ਕੋਲ ਹੈਗਾ, ਅਸੀਂ ਉਹਦੇ ਕੋਲੋਂ ਸਾਰੇ ਸਵਾਲ ਜਵਾਬ ਪੁੱਛਾਂਗੇ ਕਿ ਕਿਵੇਂ ਉਹ ਹਰਿਮੰਦਰ ਸਾਹਿਬ ਵਿੱਚ, ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਿਆ ਤੇ ਇਸਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਸੋ ਇਹ ਬਹੁਤ ਹੀ ਮੰਦਭਾਗੀ ਘਟਨਾਵਾਂ ਹੈਗੀਆਂ ਨੇ ਪਿਛਲੇ ਕੁਝ ਸਮੇਂ ਤੋਂ। ਕਦੀ ਗੰਗਾ ਨਗਰ ਵਿੱਚ, ਕਦੀ ਕਿਧਰੇ ਕੁਛ ਨਾ ਕੁਛ ਐਸੀਆਂ ਘਟਨਾਵਾਂ ਹੁੰਦੀਆਂ ਆ ਰਹੀਆਂ ਹਨ ਜੋ ਸਿੱਖਾਂ ਦੇ ਉੱਪਰ ਇਹੋ ਜਿਹੇ ਵਾਰ ਹੁੰਦੇ ਨੇ। ਕਿਉਂ ਹੁੰਦੇ ਨੇ ਇਹਦਾ ਆਪਾਂ ਕਿਸੇ ਨੂੰ ਵੀ ਇਹਦਾ ਕੁਛ ਪਤਾ ਨਹੀਂ ਹੈਗਾ। ਕਿਉਂ ਵਾਰ ਹੁੰਦੇ ਨੇ, ਕੌਣ ਕਰਦੇ ਨੇ, ਇਹਨਾਂ ਦੇ ਪਿੱਛੇ ਕਿਸ ਦਾ ਹੱਥ ਹੈ ਜਾਂ ਕਿਉਂ ਕਰਵਾਈਆਂ, ਕਿਤੇ ਰਾਜਨੀਤਿਕ ਸਾਜ਼ਿਸ਼ਾਂ ਦੇ ਤਹਿਤ ਨਹੀਂ ਹੁੰਦਾ। ਬਸ ਇਸ ਗੁੰਝਲ ਨੂੰ ਅੱਜ ਤੱਕ ਕੋਈ ਸੁਲਝਾ ਨਹੀਂ ਸਕਿਆ। ਸੋ ਅੱਜ ਸਾਡੇ ਕੋਲ ਅੰਮ੍ਰਿਤਪਾਲ ਸਿੰਘ ਜੀ ਮੈਰੋ, ਉਹ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਹਨ। ਇਸ ਬਾਬਤ ਗੱਲ ਕਰਨਗੇ ਜੋ ਮੰਦਭਾਗੀ ਘਟਨਾ ਵਾਪਰੀ ਹੈ। ਆਓ ਸਭ ਤੋਂ ਪਹਿਲਾਂ ਗਿਆਨੀ ਅੰਮ੍ਰਿਤਪਾਲ ਸਿੰਘ ਮੈਰੋ ਜੀ ਨੂੰ ਫਤਿਹ ਬੁਲਾਉਂਦੇ ਹਾਂ, ਆਪਾਂ ਨਿੱਘਾ ਸਵਾਗਤ ਕਰਦੇ ਹਾਂ ਤੇ ਬਾਕੀ ਆਪਾਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਹੀ ਕਰਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਤਨੀ ਰਾਤ ਵੀ ਹੋ ਗਈ, ਫਿਰ ਵੀ ਆਪ ਜੀ ਨੇ ਆਪਣਾ ਕੀਮਤੀ ਸਮਾਂ ਦਿੱਤਾ ਪੰਜਾਬੀ ਵਿਰਾਸਤ ਦੇ ਇਸ ਮੰਚ ਨੂੰ। ਸੋ ਮੈਂ ਆਪ ਜੀ ਨੂੰ ਕਹਿਣਾ ਚਾਹੂੰਗੀ, ਪੁੱਛਣਾ ਚਾਹੂੰਗੀ ਕਿ ਲੋਕੀ ਵੀ ਕਹਿੰਦੇ ਨੇ ਇਸ ਬਾਰੇ ਕਿ ਜਿਹੜੀ ਘਟਨਾ ਵਾਪਰੀ ਹੈ ਸੱਚਖੰਡ ਹਰਿਮੰਦਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੀਤੀ ਦਿਨੇ, ਉਹ ਬਹੁਤ ਮੰਦਭਾਗੀ ਹੈ। ਜਿਵੇਂ ਤੁਹਾਡਾ ਨਾਮ ਅੱਜ ਤੋਂ ਪਹਿਲਾਂ ਕਦੀ ਹਾਈਲਾਈਟ ਨਹੀਂ ਸੀ ਹੋਇਆ, ਕਦੀ ਤੁਸੀਂ ਸਾਹਮਣੇ ਇੱਕਦਮ ਨਹੀਂ ਸੀ ਆਏ। ਕਹਿੰਦੇ ਨੇ ਕਿ ਅੰਮ੍ਰਿਤਪਾਲ ਸਿੰਘ ਮੈਰੋ ਇੱਕ ਲਖਤ ਹਾਈਲਾਈਟ ਹੋਏ ਅਤੇ ਇਸ ਤੋਂ ਪਹਿਲੇ ਕਦੀ ਤੁਹਾਡਾ ਨਾਮ ਕਿਸੇ ਨੇ ਸੁਣਿਆ ਨਹੀਂ ਸੀ। ਪਹਿਲਾਂ ਤੁਹਾਡਾ ਨਾਮ ਕਦੀ ਕਿਸੇ ਨੇ ਕਿਹਾ ਨਹੀਂ ਸੀ। ਜਦੋਂ ਲਾਸਟ ਟਾਈਮ ਤੁਸੀਂ ਪ੍ਰੋਡਿਊਸਰ XX ਦੇ ਨਾਲ ਤੁਸੀਂ ਕੁਟਾਪਾ ਕੀਤਾ ਤੇ ਉਸ ਤੋਂ ਬਾਅਦ ਤੁਹਾਡੀਆਂ ਗੱਲਾਂ ਬਾਹਰ ਨਿਕਲੀਆਂ ਤੇ ਉਸ ਤੋਂ ਬਾਅਦ ਫਿਰ ਜੋ ਗੰਗਾ ਨਗਰ ਵਿੱਚ ਵਾਪਰਿਆ ਤੇ ਉਸ ਤੋਂ ਬਾਅਦ ਕਈ ਕੇਸ ਹੋਰ ਆਪ ਜੀ ਨੇ ਦੇਖੇ ਤੇ ਆਪ ਆਏ ਬਾਹਰ, ਤਾਂ ਹੁਣ ਤੁਸੀਂ ਬਹੁਤ ਜ਼ਿਆਦਾ ਪਹਿਲੇ ਨਾਲੋਂ ਬਹੁਤ ਜ਼ਿਆਦਾ ਐਕਟਿਵ ਹੋ ਚੁੱਕੇ ਹੋ। ਹਰ ਕੰਮ ਵਿੱਚ ਅੱਗੇ ਹੋ ਕੇ ਤਟਪਟ ਸੇਵਾ ਕਰਦੇ ਹੋ ਤੇ ਖੜੇ ਹੁੰਦੇ ਹੋ। ਜਿਵੇਂ ਹੁਣ ਇਸ ਪੱਖੋਂ ਵੀ ਆਪ ਜੀ ਬਹੁਤ ਅੱਗੇ ਹੋ ਕੇ ਇਸ ਕੇਸ ਨੂੰ ਲੈ ਰਹੇ ਹੋ, ਤਾਂ ਇਸ ਦੇ ਪਿੱਛੇ ਕੀ ਰਾਜ ਹੈ? ਕਿ ਹੋਰ ਸਰਕਾਰਾਂ ਜਾਂ ਹੋਰ ਜਿਹੜੀਆਂ ਸੰਸਥਾਵਾਂ ਨੇ ਉਹ ਕਿੱਥੇ ਨੇ? ਜਿਹੜੀ ਸ਼੍ਰੋਮਣੀ ਗੁਰਦੁਆਰੇ ਦੀ ਟਾਸਕ ਫੋਰਸ ਸੀ ਉਹ ਕਿੱਥੇ ਹੈ ਕਿ ਆਪ ਜੀ ਇਸ ਕੇਸ ਦੀ ਅਗਵਾਈ ਅੱਗੇ ਹੋ ਕੇ ਲੈ ਰਹੇ ਹੋ? ਜਿਹੜਾ ਤੁਸੀਂ ਨਾਮ ਦੀ ਗੱਲ ਕੀਤੀ ਹੈ ਜੀ, ਕਿਉਂਕਿ ਅਸੀਂ ਤੁਹਾਡੇ ਚੈਨਲ ਤੇ ਪਹਿਲੀ ਵਾਰ ਆਏ ਹੋਏ ਹਾਂ ਜੀ। ਅੱਜ ਤੋਂ 2 ਸਾਲ ਪਹਿਲਾਂ 2020 ਦੇ ਵਿੱਚ ਇੱਕ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਹੋਏ ਰਸਤੇ ਦੇ ਵਿੱਚ ਭੰਗੜਾ ਸਟੈਚੂ ਬਹੁਤ ਲੱਗੇ ਹੋਏ ਸੀ ਜੀ, ਤੇ ਉਹ ਵੀ ਮਹਾਰਾਜ ਨੇ ਸੇਵਾ ਸਾਡੇ ਤੋਂ ਹੀ ਲਈ ਸੀ, ਉਹ ਅਸੀਂ ਹੀ ਤੋੜੇ ਸੀਗੇ। ਠੀਕ ਹੈ ਜੀ। ਉਸ ਕੇਸ ਦੇ ਵਿੱਚ ਅਸੀਂ ਜੇਲ੍ਹ ਵੀ ਕੱਟੀ ਹੋਈ ਆ, ਕੇਸ ਕੂਸ ਸਾਡੇ ਤੇ ਪੈਂਦੇ ਰਹਿੰਦੇ ਆ ਜੀ। ਜਿਹੜੀ ਇਹ ਸ੍ਰੀ ਕੇਸਗੜ੍ਹ ਸਾਹਿਬ ਦੀ ਘਟਨਾ ਵਾ, ਬਹੁਤ ਮੰਦਭਾਗੀ ਘਟਨਾ ਵਾ। ਜਿਹੜੀ ਟਾਸਕ ਫੋਰਸ ਦੀ ਤੁਸੀਂ ਗੱਲ ਕਰਦੇ ਆ, ਉਹ ਟਾਸਕ ਫੋਰਸ ਸਿਰਫ ਸਿੱਖਾਂ ਨੂੰ ਕੁੱਟਣ ਲਈ ਹੀ ਸ਼੍ਰੋਮਣੀ ਕਮੇਟੀ ਨੇ ਭਰਤੀ ਕੀਤੀ ਹੋਈ ਆ, ਉਹਨਾਂ ਦਾ ਹੋਰ ਕੰਮ ਕੋਈ ਨਹੀਂ ਹੈਗਾ ਜੀ। ਅੱਜ ਟਾਸਕ ਫੋਰਸ ਗੁੰਮਸ਼ੁਦਾ ਵਾ
ਜਿਸ ਦਿਨ ਸਿੱਖਾਂ ਨੇ ਇੱਥੇ ਧਰਨਾ ਲਾ ਲਿਆ ਜਾਂ ਸਿੱਖਾਂ ਨੇ ਆਪਦੇ ਹੱਕ ਮੰਗੇ ਵੀ ਇਹ ਬੇਅਦਬੀ ਦਾ ਸਾਨੂੰ ਇਨਸਾਫ ਚਾਹੀਦਾ, ਉਸ ਦਿਨ ਟਾਸਕ ਫੋਰਸ ਹੋਂਦ ਵਿੱਚ ਆਊਗੀ ਤੇ ਸਿੱਖਾਂ ਤੇ ਘਟਾਪਾ ਕਰੂਗੀ। ਇਹ ਸ਼੍ਰੋਮਣੀ ਕਮੇਟੀ ਦੀ ਦੇਣ ਆ। ਤੇ ਫਿਰ ਹੁਣ ਜਦੋਂ ਇਹਦੇ ਕੀ ਰਾਜ ਹੈ ਕਿ ਤੁਸੀਂ ਇੱਕਦਮ ਅੱਗੇ ਹੋ ਕੇ ਸਾਰੀਆਂ ਲੈ ਰਹੇ ਹੋ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਉਹ ਬੰਦਾ ਪੁਲਿਸ ਕਸਟਡੀ ਵਿੱਚ ਹੈ ਪਰ ਉਹ ਮੇਰੀ ਰਿਮਾਂਡ ਵਿੱਚ ਹੈਗਾ, ਤੇ ਤੁਸੀਂ ਕਹਿ ਰਹੇ ਹੋ ਕਿ 4 ਦਿਨਾਂ ਦੇ ਵਿੱਚ ਮੈਂ ਤੁਹਾਨੂੰ ਸਾਰਾ ਕੁਝ ਸਾਹਮਣੇ ਲਿਆ ਕੇ ਦੱਸ ਸਕਦਾ ਵਾਂ। ਇਸ ਬਾਰੇ ਤੁਸੀਂ ਕੀ ਜਾਣਨਾ ਪਾਓਗੇ? ਜਦੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਹੋਈ ਆ ਜੀ, ਸਵੇਰ ਤੋਂ ਲੈ ਕੇ ਦੁਪਹਿਰ ਤੱਕ ਪੁਲਿਸ ਨੇ ਕੁਝ ਨਹੀਂ ਦੱਸਿਆ, ਬੰਦਾ ਕੌਣ ਆ, ਕਿੱਥੋਂ ਆ, ਉਹਦਾ ਨਾਂ ਕੀ ਆ, ਕਿਹਨੇ ਭੇਜਿਆ। ਫਿਰ ਇੱਕ ਸੰਗਤ ਨੇ ਮੰਗ ਉਠਾਈ ਵੀ ਇੱਕ 5 ਮੈਂਬਰੀ ਕਮੇਟੀ ਬਣੂਗੀ ਜਿਹੜੀ ਪੁਲਿਸ ਦੇ ਨਾਲ ਰਲ ਕੇ ਕੰਮ ਕਰੂਗੀ, ਵੀ ਉਹ ਕਮੇਟੀ ਆ ਕੇ ਸੰਗਤ ਨੂੰ ਸੱਚ ਦੱਸੂਗੀ ਕਿਉਂਕਿ ਪੁਲਿਸ ਦੇ ਉੱਤੇ ਯਕੀਨ ਨਹੀਂ ਹੈਗਾ ਜੀ। ਉਸ ਕਮੇਟੀ ਦੇ ਵਿੱਚ ਮੇਰਾ ਯੋਗਦਾਨ ਪਿਆ ਵੀ ਜਦੋਂ ਸਵੇਰੇ ਮੀਟਿੰਗ ਹੁੰਦੀ ਆ ਪੁਲਿਸ ਨਾਲ ਕਮੇਟੀ ਦੀ, ਉਦੋਂ ਮੈਂ ਉਹਦੇ ਚ ਨਹੀਂ ਹੁੰਦਾ, ਮੈਂ ਉਦੋਂ ਬਾਅਦ ਆਉਣਾ ਕਿਉਂਕਿ ਉਦੋਂ ਪਹਿਲਾਂ ਮੈਂ ਸ੍ਰੀ ਦਰਬਾਰ ਸਾਹਿਬ ਸੀ ਅੰਮ੍ਰਿਤਸਰ ਸਾਹਿਬ ਜੀ। ਜਦੋਂ ਸਵੇਰ ਵਾਲੀ ਗੱਲਬਾਤ ਦੀ ਕੋਈ ਅਪਡੇਟ ਕਮੇਟੀ ਨੇ ਨਹੀਂ ਦਿੱਤੀ, ਸੰਗਤ ਦੇ ਵਿੱਚ ਰੌਲਾ ਪੈ ਗਿਆ ਵੀ ਕਮੇਟੀ ਰਲੀ ਹੋਈ ਹੈ, ਕਮੇਟੀ ਵੀ ਸਾਨੂੰ ਕੁਝ ਨਹੀਂ ਦੱਸਦੀ, ਇਸ ਕਰਕੇ ਇਹਨੂੰ ਭੰਗ ਕਰਕੇ ਨਵੇਂ ਮੈਂਬਰ ਪਾਏ ਜਾਣ। ਉਦੋਂ ਮੈਂ ਪਹੁੰਚਿਆ, ਇੱਥੇ ਪਹੁੰਚ ਕੇ ਮੈਂ ਮੰਗ ਕੀਤੀ ਵੀ ਇਸ ਕਮੇਟੀ ਦੇ ਵਿੱਚ 5 ਮੈਂਬਰੀ ਕਮੇਟੀ ਦੇ ਵਿੱਚ ਮੈਂ ਆਉਣਾ ਚਾਹੁੰਦਾ ਵਾਂ ਤੇ ਮੈਨੂੰ ਪਾਇਆ ਜਾਵੇ। ਸੰਗਤ ਨੇ ਵੀ ਫਿਰ ਇਹ ਮੰਗ ਕੀਤੀ ਅੰਮ੍ਰਿਤਪਾਲ ਸਿੰਘ ਦਾ ਕਮੇਟੀ 'ਚ ਆਉਣਾ ਬਣਦਾ ਜੀ। ਉਹ ਕਮੇਟੀ ਪੁਲਿਸ ਨਾਲ ਗੱਲਬਾਤ ਕਰ ਸਕਦੀ ਹੈ। ਕਮੇਟੀ ਨੂੰ ਇਹ ਹੁਕਮ ਆ, ਕਮੇਟੀ ਨੂੰ ਇਹ ਖੁੱਲ੍ਹ ਸੀਗੀ ਵੀ ਜਿਹੜਾ ਮੁਲਜ਼ਮ ਆ, ਦੋਸ਼ੀ ਆ, ਜਿਹਨੇ ਇਹ ਕਰਤੂਤ ਕੀਤੀ ਆ, ਉਹ ਕਮੇਟੀ ਆਪਦੇ ਕੋਲੇ ਲਿਜਾ ਸਕਦੀ ਆ 3 ਘੰਟੇ ਵਾਸਤੇ। ਮਤਲਬ ਰੋਜ਼ਾਨਾ 3 ਘੰਟੇ ਉਹ ਤੁਹਾਡੀ ਰਿਮਾਂਡ ਵਿੱਚ ਰਹੇਗਾ? ਹਾਂਜੀ, 3 ਘੰਟੇ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਸਾਡੇ ਕੋਲੇ ਰਹੂਗਾ ਪੁਲਿਸ ਥਾਣੇ, ਆਸੇ ਪਾਸੇ ਪੁਲਿਸ ਹੋਊਗੀ, ਸਾਡੇ ਕੋਲੇ ਰਹੂਗਾ ਉਹ। ਅਸੀਂ ਉਹਦੇ ਤੋਂ ਕੁਝ ਵੀ ਪੁੱਛ ਗਿੱਛ 3 ਘੰਟਿਆਂ ਦੇ ਵਿੱਚ ਕਰ ਸਕਦੇ ਹਾਂ। 4 ਦਿਨਾਂ ਲਈ, ਜਾਣੀ ਕਿ 4 ਤੀਏ 12 ਘੰਟੇ ਸਾਨੂੰ 4 ਦਿਨਾਂ ਦੇ ਵਿੱਚ ਪੁੱਛ ਗਿੱਛ ਕਰ ਲਈ ਮਿਲੇ ਹੋਏ ਸੀ। ਤੇ ਤੁਸੀਂ ਦੱਸ ਰਹੇ ਸੀਗੇ ਕਿ 4 ਦਿਨਾਂ ਦੇ ਵਿੱਚ ਤੁਹਾਡੇ ਕੋਲ ਉਹਨਾਂ ਦੀਆਂ ਸੀਸੀਟੀਵੀ ਵੀਡੀਓ ਵੀ ਹੈਗੀਆਂ ਨੇ, A to ਲੈ ਕੇ Z ਸਾਰਾ ਕੁਝ ਤੁਹਾਡੇ ਕੋਲ ਹੈਗਾ ਹੈ, ਪਰ ਤੁਸੀਂ ਹੁਣ ਸੰਗਤ ਦੇ ਸਾਹਮਣੇ, ਪੰਥ ਦੇ ਸਾਹਮਣੇ ਨਹੀਂ ਲਿਆ ਰਹੇ। ਇਹਦੇ ਪਿੱਛੇ ਕੀ ਕਾਰਨ ਹੈਗੇ ਨੇ? ਜਦੋਂ ਅਸੀਂ ਕਿਸੇ ਕੇਸ ਦੀ ਇਨਕੁਆਇਰੀ ਜਾਂ ਕਰਦੇ ਆ ਨਾ, ਪੁੱਛ ਗਿੱਛ ਕਰਦੇ ਆ ਜੀ, ਗਾਂ ਦੀ ਗਾਂ ਬੰਦਿਆਂ ਦਾ ਕਸੂਰ ਨਿਕਲਦਾ ਆਉਂਦਾ। ਇਹ ਬੰਦਾ ਫੜਿਆ ਜੀ, ਬੰਦੇ ਨੂੰ ਅਸੀਂ ਪੁੱਛ ਗਿੱਛ ਕੀਤੀ, ਉਹਦੇ ਵਿੱਚੋਂ ਸਾਨੂੰ ਗਾਂ ਦੀ ਗਾਂ ਪਤਾ ਲੱਗਿਆ ਵੀ ਇਹ ਜਿਹੜਾ ਪਰਿਵਾਰ ਆ ਇਹ ਸਰਸੇ ਆਉਂਦਾ ਜਾਂਦਾ ਡੇਰਾ ਪ੍ਰੇਮੀ ਆ ਜੀ। ਇਹ ਆਪ ਬੰਦੇ ਦਾ ਨਾਂ ਪਰਮਜੀਤ ਸਿੰਘ ਹੈ, ਇਹਦੇ ਪਿਓ ਦਾ ਨਾਂ ਗਰਮੇਲ ਸਿੰਘ ਆ, ਉਹ USA ਰਹਿੰਦਾ ਵਾ। ਇਹ ਬਠਿੰਡੇ ਵਿਆਹਿਆ ਹੋਇਆ। ਇਹਦੀ ਜਿਹੜੀ ਪਤਨੀ ਹਰਪ੍ਰੀਤ ਕੌਰ ਆ, ਉਹਦੀ PhD ਕੀਤੀ ਆ, ਆਪ ਇਹ 5 ਪਾਸ ਆ। ਸਟੱਡੀ ਦੇ ਵਿੱਚ ਕਿੰਨਾ ਡਿਫਰੈਂਸ ਆ ਇਹਨਾਂ ਦੋਵਾਂ ਦਾ ਜੀ। ਪਰ ਇਹਨਾਂ ਦਾ ਵਿਆਹ ਕਿਵੇਂ ਹੋ ਗਿਆ? ਇਹਦੇ ਵਿੱਚ ਵੀ ਬਹੁਤ ਵੱਡਾ ਕਾਰਨ ਹੋ ਸਕਦਾ ਵੀ ਅਨਪੜ੍ਹ ਬੰਦੇ ਨਾਲ PhD ਕਰਨ ਵਾਲੀ ਕੁੜੀ ਵਿਆਹ ਕਿਵੇਂ ਕਰਾ ਲੂਗੀ। ਤੁਹਾਨੂੰ ਕੀ ਲੱਗਦਾ ਕਿ ਇਹ ਕੰਮ ਕਿਹਨਾਂ ਦੇ ਥਰੂ ਹੋਇਆ ਗਿਆ, ਕਰਵਾਇਆ ਗਿਆ? ਇਸ ਗੱਲ ਦਾ ਜਿਹੜਾ ਤੁਹਾਨੂੰ ਜਵਾਬ ਹਜੇ 2 ਦਿਨ ਬਾਅਦ ਚ ਦੇਣਾ ਸੀ। ਕਾਰਨ ਕੀ ਬਣਿਆ, ਜਦੋਂ ਅਸੀਂ ਤਫਤੀਸ਼ ਸ਼ੁਰੂ ਕਰਤੀ, ਉਹ ਤਫਤੀਸ਼ ਦੇ ਵਿੱਚ ਮੇਰਾ ਉੱਥੇ ਜਾਣਾ ਲਾਜ਼ਮੀ ਸੀਗਾ ਵੀ ਮੈਂ ਕੈਮਰੇ ਰਿਕਾਰਡਿੰਗ ਵੀ ਕਢਾਉਣੀ ਆ, ਮੈਂ ਪਰਿਵਾਰ ਦੀ ਜਾਣਕਾਰੀ ਵੀ ਲੈਣੀ ਆ, ਬਾਹਰ ਜਾ ਕੇ ਇਨਫੋਰਮੇਸ਼ਨ ਇਕੱਠੀ ਕਰਨ ਵਾਸਤੇ ਮੈਨੂੰ 4 ਦਿਨ ਲਏ ਆ ਜੀ। ਪਰ ਜਿਹੜੀ ਸੰਗਤ ਆ, ਸਿੱਖ ਸੰਗਤ ਇੱਥੇ ਸੀਗੀ, ਉਹਨਾਂ ਦੇ ਵਿੱਚ ਸਬਰ 1% ਨਹੀਂ ਸੀ। ਉਹ ਰੌਲਾ ਪਾਉਂਦੇ ਸੀ, ਲੜਦੇ ਸੀ ਜੀ। ਮੈਂ ਸੰਗਤ ਨੂੰ ਬੇਨਤੀ ਕੀਤੀ ਵੀ ਮੈਂ ਤੁਹਾਡੇ ਕਹਿਣ ਤੇ, ਤੁਸੀਂ ਮੇਰੇ ਤੇ ਵਿਸ਼ਵਾਸ ਕਰਦੇ ਆ, ਮੈਂ ਕਮੇਟੀ ਦੇ ਵਿੱਚ ਗਿਆ ਤੇ ਤੁਹਾਨੂੰ ਮੈਂ 4 ਦਿਨਾਂ ਦੇ ਵਿੱਚ ਬਹੁਤ ਵੱਡੀ ਅਪਡੇਟ ਦੇ ਦੂੰਗਾ, ਪਰ ਮੈਂ ਤੁਹਾਨੂੰ ਹਜੇ ਤਾਂ ਨਹੀਂ ਦੱਸ ਸਕਦਾ ਜਿਹੜੇ ਬੰਦੇ ਅਸੀਂ ਅਰੈਸਟ ਕਰਨੇ ਆ, ਪੁਲਿਸ ਨੇ ਫੜਨੇ ਆ, ਉਹ ਬੰਦਿਆਂ ਦੇ ਜੇ ਮੈਂ ਪਹਿਲੋਂ ਨਾਂ ਦੇਤੇ ਉਹ ਬਈ ਫਰਾਰ ਹੋ ਜਾਣਗੇ, ਤੁਹਾਨੂੰ ਮਿਲਣੇ ਨਹੀਂ ਸਾਨੂੰ। ਪਰ ਜਿੱਥੇ ਹੁਣ ਜਿਹੜੇ ਬੰਦੇ ਨੂੰ ਤੁਸੀਂ ਫੜਿਆ ਉਹਦਾ ਨਾਮ ਪਰਮਜੀਤ ਸਿੰਘ ਹੈਗਾ, ਜਦੋਂ ਤੁਸੀਂ ਪਰਮਜੀਤ ਸਿੰਘ ਕਹਿ ਰਹੇ ਹੋ, ਉਹ ਸਿਗਰਟ ਮਤਲਬ ਕਿ ਗੁਰਦੁਆਰੇ ਵਿੱਚ ਇਸ ਬੰਦੇ ਨੇ ਸਿਗਰਟ ਫੂਕੀ ਹੈ? ਹਾਂਜੀ, ਦਰਬਾਰ ਸਾਹਿਬ ਦੇ ਵਿੱਚ। ਜੇ ਇਸ ਬੰਦੇ ਨੇ ਸਿਗਰਟ ਫੂਕੀ, ਤੁਸੀਂ ਨਾਂ ਲੈ ਰਹੇ ਹੋ ਪਰਮਜੀਤ ਸਿੰਘ, ਇਹ ਬੰਦਾ ਫੜਿਆ ਗਿਆ, ਤੁਹਾਡੀ ਰਿਮਾਂਡ ਵਿੱਚ ਹੈ, ਪੁਲਿਸ ਕਸਟਡੀ ਦੇ ਵਿੱਚ ਹੈ, ਪਰ ਜੇ ਤੁਸੀਂ ਹੁਣ ਕਹਿੰਦੇ ਕਿ ਮੈਂ ਜੇ ਇਹਨੂੰ ਹਾਈਲਾਈਟ ਕਰ ਦਿੱਤਾ, ਇਹਦਾ ਨਾਮ ਬਾਹਰ ਲੈ ਲਿਆ, ਤੇ ਬਾਕੀ ਦੇ ਬੰਦੇ ਫਰਾਰ ਹੋ ਜਾਣਗੇ। ਪਰ ਮੇਰਾ ਲੋਕੀ ਆ ਕਹਿੰਦੇ ਹੈਗੇ ਨੇ ਕਿ ਜਦੋਂ
ਹੁਣ ਆ ਬੰਦੇ ਨੂੰ ਤੁਸੀਂ ਫੜ ਲਿਆ, ਇਹਦੇ ਨਾਲ ਜਿੰਨੇ ਵੀ ਐਂਗਲ ਹੈਗੇ ਨੇ ਉਹ ਆਟੋਮੈਟਿਕਲੀ ਅਲਰਟ ਹੋ ਗਏ ਨੇ, ਸਾਵਧਾਨ ਹੋ ਗਏ ਨੇ, ਉਹ ਕਿਤੇ ਨਾ ਕਿਤੇ ਇੱਧਰ ਉੱਧਰ ਚਲੇ ਗਏ। ਹੁਣ ਉਹ ਰੁਕਦੇ ਥੋੜੀ ਨੇ ਕਿ ਅੰਮ੍ਰਿਤਪਾਲ ਜੀ ਆਣਗੇ, ਤਹਿਕੀਕਾਤ ਕਰਨਗੇ ਤੇ ਫਿਰ ਆਪਾਂ ਸਾਹਮਣੇ ਆਵਾਂਗੇ। ਉਹ ਤਾਂ ਕਿਤੇ ਨਾ ਕਿਤੇ ਹੋਰ ਆਪਣੇ ਆਪ ਨੂੰ ਉਹਨਾਂ ਨੇ ਅੰਡਰਗਰਾਉਂਡ ਕਰ ਹੀ ਲਿਆ ਹੋਣਾ। ਅੱਜ 5 ਮੈਂਬਰੀ ਕਮੇਟੀ ਨੇ ਬੰਦਿਆਂ ਦੇ ਨਾਮ ਦੱਸਣੇ ਆ, ਬੰਦੇ ਵੇਖਣੇ ਆ। ਉਹ ਜਿਹੜੀ ਅਪਡੇਟ ਆ ਉਹ ਪੁਲਿਸ ਨੂੰ ਦੇਣੀ ਆ ਵੀ ਸਾਨੂੰ ਆਹ ਬੰਦੇ ਕੱਲ ਨੂੰ ਚਾਹੀਦੇ ਆ। ਕਮੇਟੀ ਨੇ ਬੰਦੇ ਨਹੀਂ ਚੱਕਣੇ ਜੀ, ਉਹ ਜੀ ਪੁਲਿਸ ਨੇ ਚੱਕਣੇ ਆ। ਉਹ ਬੰਦੇ ਚੱਕ ਕੇ ਉਹਨਾਂ ਤੋਂ ਪੁੱਛਗਿੱਛ ਕਰਕੇ ਸਾਰੇ ਐਂਗਲ ਸੰਗਤ ਦੇ ਸਾਹਮਣੇ ਸ਼ੋਅ ਕਰਨੇ ਸੀ। 2 ਦਿਨ ਪਹਿਲਾਂ ਮੈਂ ਸਾਰਾ ਕੁਝ ਸਾਹਮਣੇ ਕਿਉਂ ਲੈ ਆਂਦਾ, ਸੰਗਤ ਨੂੰ ਇਹ ਸੀ ਵੀ ਅਮਰਤਪਾਲ ਸਿੰਘ ਝੂਠ ਬੋਲ ਰਿਹਾ, ਇਹਨੂੰ ਸਾਰਾ ਕੁਝ ਨਹੀਂ ਪਤਾ ਜੀ। ਤੇ ਮੈਨੂੰ ਕਮੇਟੀ ਚੋਂ ਬਾਹਰ ਕਰ ਦਿੱਤਾ ਗਿਆ ਤੇ ਮੈਂ ਕਮੇਟੀ ਚੋਂ ਬਾਹਰ ਆ ਕੇ ਸਾਰਾ ਕੁਝ ਸੰਗਤ ਦੇ ਮੂਹਰੇ ਰੱਖਤਾ ਵੀ ਜੇ ਇੰਨੀ ਇਨਫੋਰਮੇਸ਼ਨ ਕਿਸੇ ਹੋਰ ਬੰਦੇ ਕੋਲੇ ਹੈਗੀ ਆ ਤੇ ਮੈਨੂੰ ਦੱਸੋ, ਜੇ ਮੇਰੇ ਕੋਲੇ ਇੰਨੀ ਇਨਫੋਰਮੇਸ਼ਨ ਆ ਤੇ ਮੈਨੂੰ ਕੱਢਿਆ ਕਿਉਂ? ਤੇ ਜਿਨ੍ਹਾਂ ਨੇ ਮੈਨੂੰ ਕਢਾਇਆ ਫਿਰ ਉਹ ਰਲੇ ਹੋਣਗੇ ਉਹਨਾਂ ਦੇ ਨਾਲ। ਕੌਣ ਹੋ ਸਕਦੇ ਨੇ ਤੁਹਾਡੇ ਮੁਤਾਬਿਕ, ਕੌਣ ਹੋ ਸਕਦੇ ਨੇ ਜਿਨ੍ਹਾਂ ਨੇ ਐਸੇ ਕੰਮ ਨੂੰ ਅੰਜਾਮ ਦਿੱਤਾ ਜਾਂ ਤੁਹਾਨੂੰ ਕਮੇਟੀ ਵਿੱਚੋਂ ਕੱਢਿਆ? ਦੇਖੋ ਜੀ, ਸੰਗਤ ਦੇ ਆਪੋ ਆਪਣੇ ਸੁਭਾਅ, ਆਪਣੀਆਂ ਆਦਤਾਂ ਤੇ ਰਾਹ ਹੁੰਦੇ ਆ। ਕੋਈ ਪਤਾ ਨਹੀਂ ਹੁੰਦਾ ਵਿੱਚ ਕਿਹੜਾ ਸਰਕਾਰੀ ਬੰਦਾ, ਕਿਹੜਾ ਗਲਤ ਆ, ਕਿਹੜਾ ਸਹੀ ਆ। ਸੰਗਤ ਹੀ ਹੁੰਦੀ ਆ, ਉਹਦੇ ਵਿੱਚ ਕੋਈ ਨਹੀਂ ਪਤਾ ਕੌਣ ਕਿੱਥੋਂ ਆਇਆ ਤੇ ਕਿਹੋ ਜਿਹਾ ਬੰਦਾ। ਜੀ। ਸਾਨੂੰ ਕਢਾਇਆ ਕਢੂਇਆ ਸਾਨੂੰ ਇਹਦੇ ਤੱਕ ਨਹੀਂ, ਸਾਨੂੰ ਇਹ ਸੀ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਉੱਥੇ ਜਿਹੜੀ ਹੋਈ ਆ ਤਖਤ ਤੇ, ਸਾਨੂੰ ਤਾਂ ਇਨਸਾਫ ਚਾਹੀਦਾ। ਇਨਸਾਫ ਵਾਸਤੇ ਸਾਨੂੰ ਲੜਨਾ ਪੈਣਾ। ਜੀ। ਅਸੀਂ ਉਹ ਕਰ ਰਹੇ ਸੀ। ਹੁਣ ਉਹਨਾਂ ਨੇ ਬਾਹਰ ਕਢਾ ਕੇ, ਉਹਨਾਂ ਬੰਦਿਆਂ ਨੇ ਕਢਾ ਕੇ ਆਪ ਕਮੇਟੀ ਬਣਾ ਕੇ ਐਂਟਰ ਹੋਇਆ ਤੇ ਉਹਨਾਂ ਤੋਂ ਅੱਜ ਦੀ ਅਪਡੇਟ ਲਈ ਆ ਤੇ ਕਹਿੰਦੇ ਸਾਨੂੰ ਪਤਾ ਕੱਖ ਨਹੀਂ। ਇਹਦਾ ਮਤਲਬ ਇਹ ਆ ਵੀ ਉਹਨਾਂ ਨੇ ਸਾਨੂੰ ਖਰਾਬ ਕਰਤਾ। ਜੀ, ਤੁਹਾਡੀ ਕਮੇਟੀ ਦੇ ਵਿੱਚ ਕੀ ਤੁਸੀਂ ਉਹਨਾਂ ਦੇ ਨਾਮ ਦੱਸ ਸਕਦੇ ਹੋ ਕਿ ਤੁਹਾਡੀ ਕਮੇਟੀ ਵਿੱਚ ਜਿਸ ਟਾਈਮ ਤੁਸੀਂ ਕਮੇਟੀ ਵਿੱਚ ਸ਼ਾਮਲ ਹੋਏ ਸੀ ਕੌਣ ਸਨ, ਤੇ ਹੁਣ ਜਿਹਨੂੰ ਤੁਹਾਨੂੰ ਕੱਢ ਕੇ ਉਹਨਾਂ ਨੂੰ ਕਿਹੜੇ ਬੰਦਿਆਂ ਨੂੰ ਅੰਦਰ ਕੀਤਾ, ਉਹਨਾਂ ਦੇ ਨਾਮ ਦੱਸ ਸਕਦੇ ਹੋ ਆਪ ਜੀ? ਨਹੀਂ ਜੀ, ਇਹਨਾਂ ਦੇ ਨਾਮ ਨਹੀਂ ਪਤਾ ਕਿਉਂਕਿ ਮੈਂ ਕਿਸੇ ਤੇ ਫੋਕਸ ਨਹੀਂ ਕੀਤਾ। ਮੈਨੂੰ ਇਹਦੇ ਤੱਕ ਮਤਲਬ ਨਹੀਂ ਸੀ ਵੀ ਮੇਰੇ ਨਾਲ ਕਿਹੜਾ ਬੰਦਾ ਕੰਮ ਕਰ ਰਿਹਾ, ਕਿਉਂਕਿ ਮੇਰੇ ਕੋਲ 4 ਦਿਨ ਸੀ। ਮੈਂ ਉਹਨਾਂ ਨਾਲ ਲਿਹਾਜ਼ ਨਹੀਂ ਕੱਢ ਸਕਦਾ ਸੀ। ਮੈਨੂੰ ਇਹ ਪਤਾ ਸੀ ਮੇਰਾ ਨਾਮ ਅਮਰਤਪਾਲ ਸਿੰਘ ਆ ਤੇ ਮੈਂ ਕਾਰਵਾਈ ਕਰਨੀ ਆ। ਮੈਂ ਸੰਗਤ ਨੂੰ ਦੱਸਣਾ ਵੀ ਬੇਅਦਬੀ ਹੁੰਦੀ ਕਿਉਂ ਆ ਤੇ ਕੌਣ ਕਰਵਾ ਰਿਹਾ ਜੀ। ਇਸ ਕਰਕੇ ਮੈਂ ਇਸ ਨੂੰ ਜ਼ਰੂਰੀ ਨਹੀਂ ਸਮਝਿਆ। ਮੇਰੇ ਵੱਲੋਂ ਚਾਹੇ ਕਾਲਾ ਚੋਰ ਹੋਵੇ ਤੇ ਚਾਹੇ ਸਾਧ ਹੋਵੇ, ਮੇਰੇ ਨਾਲ ਦਾ ਮੈਨੂੰ ਕੋਈ ਮਤਲਬ ਨਹੀਂ। ਉਹਨਾਂ ਨੇ ਆਪਦੇ ਪੱਧਰ ਤੇ ਪੁੱਛਗਿੱਛ ਕਰਨੀ ਆ। 5 ਮੈਂਬਰ ਸੀ, 5 ਮੈਂਬਰਾਂ ਨੇ ਆਪਦੇ ਪੱਧਰ ਤੇ ਪੁੱਛਗਿੱਛ ਕਰਨੀ ਆ। ਮੈਂ ਆਪਦੀ ਕੀਤੀ ਤੇ ਮੈਂ ਸੰਗਤ ਨੂੰ ਦੱਸਤਾ। ਜਿਹੜੇ ਮੇਰੇ ਨਾਲ 4 ਬੰਦੇ ਹੋਰ ਸੀ ਜੀ, ਉਹਨਾਂ ਕੋਲੇ ਲਿਖਤੀ ਰੂਪ 'ਚ ਹੈ ਹੀ ਕੁਛ ਨਹੀਂ। ਮੈਂ ਤਾਂ ਸਾਰਾ ਕੁਝ ਲਿਖੀ ਬੈਠਾ ਜੀ। ਤੇ ਮੈਂ ਹੁਣ ਤੁਹਾਨੂੰ ਇੱਥੇ ਇਹ ਪੁੱਛਣਾ ਚਾਹਾਂਗੀ, ਤੁਹਾਡੇ ਕੋਲ ਸਾਰਾ ਕੁਝ ਲਿਖਤੀ ਰੂਪ ਵਿੱਚ ਹੈਗਾ ਹੈ, ਜਿਵੇਂ ਤੁਸੀਂ ਮੀਡੀਆ ਤੇ ਵੀ ਆ ਕੇ ਗੱਲ ਕਰ ਰਹੇ ਹੋ, ਤੁਹਾਡੇ ਇੰਟਰਵਿਊ ਹੋ ਰਹੇ ਨੇ, ਤੇ ਜਿਹੜਾ ਪਰਮਜੀਤ ਹੈਗਾ, ਪਰਮਜੀਤ ਦੇ ਨਾਲ ਦੇ ਜਿੰਨੇ ਸਾਥੀ ਸਨ, ਤੁਹਾਨੂੰ ਕੀ ਲੱਗਦਾ ਕਿ ਉਹ ਹਲੇ ਆਪਣੀ ਥਾਵੇਂ ਮੌਜੂਦ ਹੋਣਗੇ? ਤੁਹਾਡੇ ਕੋਲ ਸੀਸੀਟੀਵੀ ਕੈਮਰਾ ਵੀ ਹੈਗੇ ਨੇ, ਫੁਟੇਜ ਵੀ ਹੈਗੇ ਨੇ, ਸਬੂਤ ਵੀ ਹੈਗੇ ਨੇ, ਕਿ ਉਹ ਸਬੂਤ ਉਥੋਂ ਮਿਟਾ ਨਹੀਂ ਸਕਦੇ? ਫੁਟੇਜ ਲਈਆਂ ਨਹੀਂ ਜਾ ਸਕਦੀਆਂ ਨੇ? ਹਰੇਕ ਕੇਸ ਨੂੰ ਹੈਂਡਲ ਕਰਨ ਵਾਸਤੇ ਸਮੇਂ ਦੀ ਬਹੁਤ ਲੋੜ ਹੁੰਦੀ ਆ ਜੀ। ਸਾਨੂੰ 1 ਦਿਨ ਦੇ ਵਿੱਚ 3 ਘੰਟੇ ਮਿਲਦੇ ਆ। 3 ਘੰਟਿਆਂ ਦੇ ਵਿੱਚ ਅਸੀਂ ਬਹੁਤ ਘੱਟ ਕੰਮ ਕਰਦੇ ਹਾਂ ਜੀ। ਕਿਉਂਕਿ ਅਸੀਂ ਆਉਣਾ ਜਾਣਾ 1 ਘੰਟਾ ਤਾਂ ਸਾਨੂੰ ਉਹ ਬੰਦੇ ਕੋਲੇ ਪਹੁੰਚਣ ਨਹੀਂ ਲੱਗ ਜਾਂਦਾ। ਜਦੋਂ ਅਸੀਂ ਪਹਿਲੇ ਦਿਨ ਉਹਨੂੰ ਮਿਲੇ ਆ, ਉਹਦੇ ਪਰਿਵਾਰ ਦੀ, ਉਹਦਾ ਬਾਇਓਡਾਟਾ, ਉਹ ਕਿਹੜੀ ਗੱਡੀ ਤੇ ਆਇਆ, ਉਹ ਗੱਡੀ ਉੱਥੇ ਕੌਣ ਛੱਡ ਕੇ ਗਿਆ, ਉਹਦੇ ਵਿੱਚ ਚਾਬੀ ਕਿਉਂ ਲੱਗੀ ਸੀ, ਜੇ ਇਹ ਬੰਦੇ ਨੇ ਬੇਅਦਬੀ ਕਰਨੀ ਸੀ ਚਾਬੀ ਨਾਲ ਕਿਉਂ ਨਹੀਂ ਲੈ ਕੇ ਆਇਆ, ਇਹਦੇ ਨਾਲ ਕਿੰਨੇ ਜਾਣੇ ਸੀ, ਇਹਦੇ ਕੋਲੇ ਕੀ ਮੋਬਾਈਲ ਸੀ, ਉਹਦੇ ਨਾਲ ਕਿਹਦੇ ਨਾਲ ਗੱਲ ਹੋਈ ਆ, ਉਹ ਹੁਣ ਗੱਲਬਾਤ ਕੀਤੀ ਅਸੀਂ ਪਹਿਲੇ ਦਿਨ। ਜੀ। ਦੂਜੇ ਦਿਨ ਅਸੀਂ ਉਹ ਬੰਦੇ ਵੈਰੀਫਾਈ ਕਰਕੇ ਅਰੈਸਟ ਕੀਤੇ। ਜੀ। ਦੂਜੀ ਮੁਲਾਕਾਤ ਤੇ ਜਿਹੜੇ ਬੰਦਿਆਂ ਨੂੰ ਮਿਲਿਆ ਵਾ, ਜਿਹੜੇ ਬੰਦਿਆਂ ਕੋਲੇ ਰਹਿੰਦਾ ਰਿਹਾ, 2 ਸਾਲ ਦਾ ਸਾਰਾ ਰਿਕਾਰਡ ਲਿਆਂਦਾ ਸੀ ਪੁਲਿਸ ਨੇ। ਜੀ। ਉਹ ਸੰਗਤ ਦੇ ਸਾਹਮਣੇ ਅਸੀਂ ਉਹ ਪੇਸ਼ ਵੀ ਕੀਤਾ। ਤੁਸੀਂ ਸਾਰੇ ਚੈਨਲਾਂ ਤੇ ਵੇਖ ਸਕਦੇ ਹੋ। ਇਹਦੀ ਰਿਮਾਂਡ ਅਧੀਨ ਹੋਈ ਪੁੱਛਗਿੱਛ ਆ ਜੀ। ਤੇ ਇਹਦੇ ਵਿੱਚ ਜੋ ਅਸੀਂ ਪੁੱਛਿਆ 2019 ਦੇ ਵਿੱਚ 7 ਤਰੀਕ 8ਵੇਂ ਮਹੀਨੇ ਦੀ ਨੂੰ 7:30 ਵਜੇ ਇਹ ਇੱਕ ਗੁਰਮਤਿ ਵਿਦਿਆਲਾ ਚੱਲਦਾ ਪਿੰਡ ਚੰਦੜ, ਉਹਦੇ ਵਿੱਚ ਵੀ ਬਾਣੀ ਪੜ੍ਹਨ ਲਈ, ਸਿੱਖਣ ਲਈ ਗਿਆ। ਹੁਣ ਉਹ ਬੰਦੇ ਕੌਣ ਚਲਾ ਰਹੇ ਆ, ਕਿੱਦਾਂ ਦਾ ਸੁਭਾਅ ਉਹਨਾਂ ਦਾ, ਕਿਉਂ ਉਹਨਾਂ ਕੋਲੇ ਕਿਉਂ ਗਏ, ਸਾਨੂੰ ਸਾਰੇ ਚਾਹੀਦੇ ਆ। ਜੀ। ਬੇਅਦਬੀ ਜਦੋਂ ਹੋਈ ਆ, ਇਹਨੇ ਸਿਗਰਟ ਦਾ ਧੂੰਆਂ ਮਹਾਰਾਜ ਦੇ ਸ਼ੀਸ਼ੇ ਕੋਲੇ ਮਾਰਿਆ, ਸਿਗਰਟ ਉੱਥੇ ਸਿੱਟੀ ਆ, ਉਸ ਸਮੇਂ ਦਰਬਾਰ ਸਾਹਿਬ ਦੇ ਵਿੱਚ ਨੇੜੇ ਇਹਦੇ ਬੰਦਾ ਕਿਹੜਾ ਸੀ, ਸਾਨੂੰ ਉਹ ਵੀ ਚਾਹੀਦਾ। ਉਹ ਅਸੀਂ ਇੱਥੇ ਬਣਾਇਆ ਗਿਆ ਸਾਰਾ।
ਅਸੀਂ ਪੁਲਿਸ ਨੂੰ ਦੱਸਿਆ, ਕਮੇਟੀ ਨੇ ਸਾਨੂੰ ਆਹ ਹੁਕਮ ਕਰਤਾ ਵੀ ਆਹ ਬੰਦਾ ਸਾਨੂੰ ਹਾਜ਼ਰ ਕਰੋ, ਕਿੱਥੇ ਆ। ਹੁਣ ਇਹ ਬੰਦੇ ਨੂੰ ਲੱਭਣ ਵਾਸਤੇ ਤਾਂ 24 ਘੰਟੇ ਲੱਗ ਜਾਣਗੇ, ਸ਼ਾਇਦ 2 ਦਿਨ ਲੱਗ ਜਾਣ, ਕੀ ਪਤਾ ਬੰਦਾ ਅੰਡਰਗਰਾਉਂਡ ਕਿੱਥੇ ਹੋਊਗਾ। ਤੁਸੀਂ ਕਹਿੰਦੇ ਹੋ ਕਿ ਤੁਹਾਡੇ ਕੋਲ ਫੁਟੇਜ ਹੈ, ਸੀਸੀਟੀਵੀ ਕੈਮਰੇ ਦੀ ਫੁਟੇਜ ਹੈ, ਸੀਸੀਟੀਵੀ ਕੈਮਰੇ ਦੀ ਫੁਟੇਜ ਜੋ ਅਸੀਂ ਦੇਖ ਸਕਦੇ ਹਾਂ ਕਿ ਉਹ ਬੰਦਾ ਕੌਣ ਹੈਗਾ ਜਾਂ ਨਹੀਂ ਪਤਾ ਲੱਗ ਸਕਦਾ? ਨਹੀਂ ਜੀ, ਸੀਸੀਟੀਵੀ ਕੈਮਰੇ ਦੇ ਵਿੱਚ ਫੁਟੇਜ ਦੇ ਵਿੱਚ ਉਹ ਬੰਦਾ ਇੱਕ ਦਿਸਦਾ ਵਾ ਜੀ, ਉਹਦਾ ਸਾਈਡ ਮੂੰਹ ਅੱਧਾ ਦੀਂਦਾ ਅੱਧਾ ਨਹੀਂ ਦੀਂਦਾ, ਇਸ ਕਰਕੇ ਉਹ ਬੰਦਾ ਸੀਸੀਟੀਵੀ ਕੈਮਰੇ ਤੋਂ ਹੀ ਰਿਕਾਰਡਿੰਗ ਤੋਂ ਪਤਾ ਲੱਗੂ ਕਿੱਥੋਂ ਕਿੱਥੇ ਗਿਆ ਤੇ ਉਹਨੂੰ ਅਰੈਸਟ ਕੀਤਾ ਜਾ ਸਕਦਾ। ਜੀ, ਸ਼ਾਇਦ ਕਿਸੇ ਐਂਗਲ ਤੇ ਜਾ ਕੇ ਉਹ ਸ਼ਾਇਦ ਕਿਸੇ ਸੀਸੀਟੀਵੀ ਕੈਮਰੇ ਦੇ ਸਾਹਮਣੇ ਆ ਜੇ। ਹੁਣ ਜਿਹੜੀਆਂ ਇਹ ਗੁਪਤ ਗੱਲਾਂ ਹੁੰਦੀਆਂ, ਗੁਪਤ ਇਨਫੋਰਮੇਸ਼ਨ ਆ, ਇਹ ਤਾਂ ਅਸੀਂ ਉਦੋਂ ਹੀ ਲੋਕਾਂ ਨੂੰ, ਸੰਗਤ ਨੂੰ ਦੱਸ ਸਕਦੇ ਆ ਨਾ ਜਦੋਂ ਬੰਦੇ ਦਾ ਕੇਸ ਨਿਬੜ ਗਿਆ ਜੀ। ਤੇ ਹੁਣ ਇਸ ਸਮੇਂ ਹਾਂਜੀ ਹਾਂਜੀ, ਇਸ ਸਮੇਂ ਤੁਸੀਂ ਕੀ ਕਰ ਰਹੇ ਹੋ? ਤੁਹਾਨੂੰ ਕਮੇਟੀ ਚੋਂ ਵੀ ਬਾਹਰ ਕੱਢਿਆ ਗਿਆ, ਤੁਹਾਡੇ ਕੀ ਤੁਸੀਂ ਪੁਲਿਸ ਰਿਮਾਂਡ ਵਿੱਚ ਹਲੇ ਉੱਥੇ ਹੈਗੇ ਹੋ, ਸੇਵਾ ਕਰਦੇ ਪਏ ਹੋ, ਉਸ ਬੰਦੇ ਕੋਲੋਂ ਪੁੱਛ ਗਿੱਛ ਤੁਸੀਂ ਕਰਦੇ ਪਏ ਹੋ ਜਾਂ ਤੁਹਾਡੀ ਉਹ ਸਾਰੀ ਬੰਦ ਕਰਵਾ ਦਿੱਤੀ ਗਈ ਹੈ? ਉਹ ਸਾਰੀ ਮੇਰੀ ਅੱਜ ਬੰਦ ਕਰਵਾ ਦਿੱਤੀ ਗਈ ਹੈ, ਕਿਉਂਕਿ ਅੱਜ ਮੇਰਾ ਲਾਸਟ ਦਿਨ ਸੀਗਾ ਜੀ। ਮੇਰੇ ਕੋਲੇ ਬਹੁਤ ਜ਼ਿਆਦਾ ਇਨਫੋਰਮੇਸ਼ਨ ਇਕੱਠੀ ਹੋ ਗਈ। ਇਸ ਚੀਜ਼ ਤੇ ਡਰੋਂ ਹੀ ਸ਼ਾਇਦ ਉਹਨਾਂ ਨੇ ਕੋਈ ਸਿਆਸਤ ਲਾ ਲਓ, ਚਾਹੇ ਸੰਗਤ ਦੇ ਵਿੱਚ ਸਬਰ ਨਹੀਂ ਸੀ ਉਹਨਾਂ ਨੇ। ਹੁਣ ਇਸ ਦੇ ਵਿੱਚ ਉਹਦੇ ਨਾਲ ਜਿਹਨੇ ਇਸ਼ਾਰਾ ਕੀਤਾ ਦਰਬਾਰ ਸਾਹਿਬ ਦੇ ਵਿੱਚ, ਉਹ ਬੰਦਾ ਚਾਹੀਦਾ ਸੀ। ਇੱਕ ਤੁਹਾਨੂੰ ਹੋਰ ਗੱਲ ਦੀ ਪੁਸ਼ਟੀ ਕਰ ਦਈਏ NRI ਸੰਗਤ ਨੂੰ, ਇਹ ਬੰਦਾ ਮੋਨਾ ਵਾ, ਸਰਸੇ ਵਾਲੇ ਦਾ ਪਾਸ਼ ਕਾਹਨੂੰ ਮੰਨਦਾ ਵਾ ਜੀ। ਫਿਰ ਇਹ 8 ਦਿਨ ਪਹਿਲਾਂ ਇਹਨੇ ਅੰਮ੍ਰਿਤ ਵੀ ਛਕਿਆ। ਅੱਛਾ ਜੀ। ਇਹ 2 ਤਰੀਕ 9ਵੇਂ ਮਹੀਨੇ ਦੀ ਬੇਅਦਬੀ ਕਰਨ ਤੋਂ 10 ਦਿਨ ਪਹਿਲਾਂ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਲੁਧਿਆਣਾ ਜੀ, ਉੱਥੇ ਜਾ ਕੇ ਕਮੇਟੀ ਨਾਲ ਗੱਲ ਕਰਦਾ ਵੀ ਮੈਨੂੰ ਅੰਮ੍ਰਿਤ ਛਕਣਾ, ਮੈਨੂੰ ਅੰਮ੍ਰਿਤ ਛਕਾਓ। ਉਹ ਕਹਿੰਦੇ 5 ਤਰੀਕ ਨੂੰ ਆ ਜਾਓ। 5 ਸਤੰਬਰ ਜੀ, 3:28 ਤੇ ਇਹਨੇ ਅੰਮ੍ਰਿਤ ਛਕਿਆ ਜੀ। ਇਹਨੂੰ ਅੰਮ੍ਰਿਤ ਛਕਣ ਲਈ ਕਿਹਨੇ ਆਖਿਆ, ਇਹਨੂੰ ਅੰਮ੍ਰਿਤ ਛਕਾਉਣ ਲਈ ਕੌਣ ਲੈ ਕੇ ਗਿਆ, ਇਹਨੇ ਕਕਾਰ ਕਿਹਨੇ ਲਿਆ ਕੇ ਦਿੱਤੇ, ਕਿੱਥੋਂ ਲਏ, ਤੇ ਉਹ ਸਾਰੀ ਵੈਰੀਫਾਈ ਅਸੀਂ ਹਜੇ ਅੱਜ ਕਰਨਾ ਸੀ, ਲਾਸਟ ਡੇ ਸੀ ਸਾਡਾ ਜੀ। ਇਹਦੀ ਪਤਨੀ ਕਿਉਂ ਫਰਾਰ ਆ, ਉਹਦਾ ਵਿੱਚ ਕੀ ਯੋਗਦਾਨ ਆ, ਕਿਉਂਕਿ ਉਹ ਬਠਿੰਡੇ ਦੀ ਆਦਰਸ਼ ਨਗਰ ਦੀ ਰਹਿਣ ਵਾਲੀ ਸੀ, ਇਹਨੂੰ ਵਿਆਹੀ ਹੋਈ। ਇਹਦਾ ਸਾਰਾ ਵਿਆਹ ਕਾਰਜ ਜਿਹੜਾ ਆਨੰਦ ਉੱਥੇ ਸਰਸੇ, ਉਹ ਜਿਹੜਾ ਇਹਨਾਂ ਦਾ ਪਿਤਾ ਰਾਮ ਰਹੀਮ ਹੈਗਾ ਵਾ ਜੀ, ਉਹਦੇ ਅੰਡਰ ਹੀ ਸਾਰਾ ਉਹਨਾਂ ਦੀ ਮਰਿਆਦਾ ਅਨੁਸਾਰ ਹੋਇਆ ਵਾ, ਤੇ ਉਹ ਕੁੜੀ ਦਾ ਹੋਣਾ ਲਾਜ਼ਮੀ ਸੀ। ਸ਼ਾਇਦ ਅੱਜ ਆ ਵੀ ਬੰਦਾ ਅਰੈਸਟ ਹੋ ਗਿਆ ਹੋਵੇ, ਸ਼ਾਇਦ ਇਹਦੀ ਧਰਮ ਪਤਨੀ ਵੀ ਆ ਗਈ ਹੋਵੇ, ਸ਼ਾਇਦ ਕੀ ਤੋਂ ਅੰਮ੍ਰਿਤ ਛਕਿਆ ਉਹਦੀ ਡਿਟੇਲ ਵੀ ਆ ਗਈ ਹੋਵੇ, ਪਰ ਸੰਗਤ ਦੇ ਰੌਲਾ ਪਾਉਣ ਨਾਲ ਮੈਨੂੰ ਕਮੇਟੀ ਚੋਂ ਕੱਢਿਆ ਗਿਆ ਤੇ ਮੇਰਾ ਸਾਰੀ ਇਨਫੋਰਮੇਸ਼ਨ ਇੱਥੇ ਬੰਦ ਹੋ ਗਈ। ਮਤਲਬ ਕਿ ਜਿਹੜੀ ਉਹਦੀ ਧਰਮ ਪਤਨੀ ਸੀਗੀ, ਤੁਹਾਡੇ ਕਹਿਣ ਦਾ ਮਤਲਬ ਕਿ ਉਹ ਰਾਮ ਰਹੀਮ ਦੀ ਸ਼ਰਧਾਲੂ ਜਾਂ ਚੇਲੀ ਹੋਵੇਗੀ? ਹੋਊਗੀ ਨਹੀਂ, ਹੈਗੀ ਆ, ਕਿਉਂਕਿ ਇਹ ਬੰਦਾ ਪੁਲਿਸ ਨੇ ਫੜ ਲਿਆ। ਪੁਲਿਸ ਉਹਦੀ ਪਤਨੀ ਨੂੰ ਕਿਵੇਂ ਪਤਾ ਲੱਗ ਗਿਆ? ਫਿਰ ਅਮਰੀਕਾ ਦੇ ਵਿੱਚ ਇਹਦੀ ਜਿਹੜੀ ਮਦਰ ਆ ਬੇਅਦਬੀ ਕਰਨ ਵਾਲੇ ਦੋਸ਼ੀ ਦੀ, ਉਹਨੂੰ ਕਿਵੇਂ ਪਤਾ ਲੱਗ ਗਿਆ? ਫਿਰ ਇੱਕ ਇਹਦਾ ਮਾਮਾ ਬਾਲ ਸਿੰਘ, ਉਹ ਬਾਲ ਸਿੰਘ ਪਿੱਛੇ ਆਇਆ ਇਹਦੇ। ਜੀ। ਜਦੋਂ ਬਾਲ ਸਿੰਘ ਨੂੰ ਪੁਲਿਸ ਨੂੰ ਕਿਹਾ ਉਹਨੂੰ ਅਰੈਸਟ ਕਰੋ, ਅਰੈਸਟ ਕਰਕੇ ਲਿਆਂਦਾ। ਬਾਲ ਸਿੰਘ ਨੂੰ ਪੁੱਛਿਆ ਤੈਨੂੰ ਕਦੋਂ ਪਤਾ ਲੱਗਾ? ਕਹਿੰਦਾ ਜੀ ਮੈਨੂੰ ਆ ਕੇ ਰੋਪੜ ਵਕੀਲ ਤੋਂ ਪਤਾ ਲੱਗਾ ਵੀ ਸਾਡਾ ਜਿਹੜਾ ਬੰਦਾ ਹੈਗਾ ਵਾ ਬੇਅਦਬੀ ਕਰਤੀ, ਉਹਨੇ ਬਹੁਤ ਮਾੜੀ ਗੱਲ ਹੋਈ। ਮੈਂ ਕਿਹਾ ਉਦੋਂ ਪਹਿਲਾਂ ਨਹੀਂ ਪਤਾ ਸੀ? ਕਹਿੰਦੇ ਨਹੀਂ, ਅਸੀਂ ਤਫਤੀਸ਼ ਕੀਤੀ। 9:30 ਵਜੇ ਇਹ ਗਿੱਲਾਂ ਵਾਲੀ ਨਹਿਰ ਤੋਂ ਬੱਸ ਚੜ੍ਹਦਾ ਕਿਸੇ ਬੰਦੇ ਨਾਲ, ਸਿੰਘ ਨਾਲ। ਉਹਨਾਂ ਨੂੰ ਇਹਨੇ ਫੋਨ ਤੇ ਹੀ ਦੱਸਦਾ ਸੀਗਾ ਵੀ ਪਰਮਜੀਤ ਸਿੰਘ ਨੇ ਬੇਅਦਬੀ ਕਰਤੀ। ਇਹਦਾ ਮਤਲਬ ਮਾਮਾ ਵੀ ਝੂਠ ਬੋਲਦਾ। ਮਤਲਬ ਤੁਹਾਡਾ ਕਹਿਣ ਦਾ ਮਤਲਬ ਕਿ ਇਹ ਸਾਰੀ ਇੱਕ ਬੜੀ ਵੱਡੀ ਸਾਜ਼ਿਸ਼ ਦੇ ਤਹਿਤ ਹੋ ਰਿਹਾ ਹੈ। ਹਾਂਜੀ, ਇਹਦੇ ਵਿੱਚ ਵੇਖੋ ਅਮਰੀਕਾ ਦੇ ਵਿੱਚ ਇਹਦੇ ਬੈਠੇ ਮਦਰ ਫਾਦਰ ਇਨਵੋਲਵ ਆ ਜੀ, ਕਿਉਂਕਿ ਇਹਦੇ ਫਾਦਰ 7 ਮੈਂਬਰੀ ਕਮੇਟੀ ਦੇ ਮੈਂਬਰ ਆ। 7 ਮੈਂਬਰੀ ਕਮੇਟੀ ਦਾ ਮੈਂਬਰ ਸਰਸੇ ਵਾਲੀ ਦਾ ਬਾਨਾ, ਕੋਈ ਖਾਲਾ ਜੀ ਦਾ ਵਾੜਾ ਨਹੀਂ। ਬਹੁਤ ਸਾਲ ਉੱਥੇ ਰਹਿ ਕੇ ਵਿਸ਼ਵਾਸ ਬਣਾਉਣਾ ਪੈਂਦਾ, ਤੇ ਕਿੰਨਾ ਟਾਈਮ ਰਹੇ ਹੋਣਗੇ ਵੀ ਇਹਦਾ ਡੈਡੀ ਆ ਜਿਹੜਾ 7 ਮੈਂਬਰੀ ਕਮੇਟੀ ਦਾ ਉਹ ਮੈਂਬਰ ਆ। ਇਹਦੇ ਨਾਨਕਿਆਂ ਦੇ ਵਿੱਚੋਂ ਇਹਦਾ ਪਿੱਛੇ ਮਾਮਾ ਆਇਆ, ਉਹਨੇ ਵੀ ਆ ਕੇ ਝੂਠ ਬੋਲਿਆ। ਸ਼ਾਇਦ ਇਹਦੇ ਨਾਨਕੇ ਵੀ ਵਿੱਚ ਆ। ਇਹਦੀ ਪਤਨੀ ਫਰਾਰ ਆ। ਇਹਦੇ ਸਰਸੇ ਵਾਲੇ ਦੇ ਇਹ ਪੱਕੇ ਚੇਲੇ ਆ, ਬਠਿੰਡੇ ਦੇ ਰਹਿਣ ਵਾਲੇ ਆ, ਉਹ ਵੀ ਫਰਾਰ। ਇਹਦਾ ਮਤਲਬ ਇਹਦੇ ਸਹੁਰੇ, ਇਹਦੇ ਨਾਨਕੇ ਤੇ ਇਹਦੇ ਦਾਦਕੇ ਸਾਰੇ ਹੀ ਪਰਿਵਾਰ ਪ੍ਰੇਮੀ ਆ। ਜੀ, ਨਾਲ ਦੀ ਨਾਲ ਲੋਕੀ ਆ ਵੀ ਕਹਿੰਦੇ ਹੈਗੇ ਨੇ
ਕਿ ਸਭ ਤੋਂ ਹੈਰਾਨਯੋਗ ਜਿਹੜੀ ਗੱਲ ਹੈਗੀ ਹੈ, ਸਵੇਰੇ ਅੰਮ੍ਰਿਤ ਵੇਲੇ ਪੁਲਿਸ ਤਾਂ ਉੱਥੇ ਹੁੰਦੀ ਨਹੀਂ ਹੈ, ਮਤਲਬ ਕਿ ਆਪਣੀ ਡਿਊਟੀ ਤੇ ਉੱਥੇ ਪੁਲਿਸ ਹੁੰਦੀ ਨਹੀਂ ਹੈ, ਪਰ ਕਹਿੰਦੇ ਨੇ ਇਸ ਸਮੇਂ ਦੇ ਵਿੱਚ ਅਕੋਰਡਿੰਗ ਜਿਹੜਾ ਹੈ ਕਾਂਡ ਉੱਥੇ ਬੇਦਬੀ ਦਾ ਵਾਪਰਨਾ ਸੀ, ਉੱਥੇ ਕਹਿੰਦੇ ਪੁਲਿਸ ਵੀ ਹੈਗੀ ਸੀ, ਕਿਤੇ ਸਾਜ਼ਿਸ਼ ਪੁਲਿਸ ਦੀ ਵੀ ਤਾਂ ਨਾਲ ਤਾਂ ਨਹੀਂ ਹੈਗੀ ਹੈ, ਪੁਲਿਸ ਤਾਂ ਸਰਕਾਰ ਜਾਂ ਪੁਲਿਸ ਤਾਂ ਦੇ ਨਾਲ ਤਾਂ ਨਹੀਂ ਰਲੀ ਹੋਈ। ਇਸ ਚੀਜ਼ ਨੂੰ ਪਤਾ ਕਰਨ ਅਸੀਂ ਐਲੀਗੇਸ਼ਨ ਨਹੀਂ ਲਾ ਸਕਦੇ ਕਿਸੇ ਤੇ ਵੀ ਇਹ ਚ ਪੁਲਿਸ ਹੈਗੀ ਆ ਜਾਂ ਨਹੀਂ ਹੈਗੀ ਜੀ। ਇਸ ਚੀਜ਼ ਵਾਸਤੇ ਸਾਨੂੰ ਅੱਜ ਸੀਸੀਟੀਵੀ ਕੈਮਰੇ ਦੀ ਰਿਕਾਰਡਿੰਗ ਤੇ ਅਸੀਂ ਤਫਤੀਸ਼ ਕਰਨੀ ਸੀ ਜੀ। ਤੇ ਸਾਡੇ ਕੁਝ ਸਵਾਲਾਂ ਦੇ ਜਵਾਬ ਅਧੂਰੇ ਇਸ ਕਰਕੇ ਰਹਿ ਰਹੇ ਕਿਉਂਕਿ ਸਾਡੀ ਤਫਤੀਸ਼ ਅਧੂਰੀ ਆ। ਪੁਲਿਸ ਉਦੋਂ ਸੀਗੀ, ਪੁਲਿਸ 24 ਘੰਟੇ ਤਖਤ ਸਾਹਿਬਾਨਾਂ ਤੇ ਮੌਜੂਦ ਰਹਿੰਦੀ ਆ। ਉਹ ਇਹ ਲਾਜ਼ਮੀ ਹੋ ਸਕਦਾ ਵੀ ਉਹਨਾਂ ਦੇ ਵਰਦੀ ਨਹੀਂ ਪਾਈ ਹੁੰਦੀ, ਉਹ ਸਿਵਲ ਦੇ ਵਿੱਚ ਪੈਂਟ ਸ਼ਰਟ ਦੇ ਵਿੱਚ ਹੁੰਦੇ, ਫੜੀ ਪੁਲਿਸ ਨੇ ਆ ਜੀ। ਠੀਕ ਹੈ ਜੀ। ਇਸ ਕਰਕੇ ਪੁਲਿਸ ਨੇ ਫੜ ਕੇ ਥਾਣੇ ਲੈ ਗਏ ਆ ਤੇ ਉਸ ਤੋਂ ਬਾਅਦ ਤਾਂ ਮਸਲਾ ਹੀ ਸਾਰਾ ਵਿਗੜ ਗਿਆ। ਸੰਗਤ ਨੂੰ ਇਹ ਚਾਹੀਦਾ ਸੀ, ਸਿੱਖਾਂ ਦੇ ਬੱਚੇ ਆ, ਸਾਡੀ ਸਿੱਖ ਕੌਮ ਮਾਰਸ਼ਲ ਕੌਮ ਆ ਇੱਕ, ਅਸੀਂ ਡਰਨ ਵਾਲੇ ਨਹੀਂ ਹੈਗੇ। ਸਾਡੇ ਤਖਤ ਸਾਹਿਬਾਨ ਤੇ ਆ ਕੇ ਕੋਈ ਐਡੀ ਵੱਡੀ ਘਟਨਾ ਵਾਪਰ ਜੇ ਤੇ ਬੰਦੇ ਦੀ ਧੌਣ ਧੜ ਤੋਂ ਵੱਖ ਕਰਨੀ ਚਾਹੀਦੀ ਸੀ। ਸੇਵਾਦਾਰਾਂ ਨੂੰ ਚਾਹੀਦਾ ਸੀ, ਮਹਾਰਾਜ ਦੇ ਸ਼ਾਸਤਰ ਦੱਸਦੇ ਆ ਸਾਨੂੰ ਅੰਦਰ ਤਖਤ ਤੇ ਵਿਰਾਜਮਾਨ ਕੀਤੇ ਵੇ ਵੀ ਸਿੱਖੋ ਤਖਤ ਤੇ ਪਏ ਸ਼ਾਸਤਰ ਵਰਤਨੇ ਆ, ਸ਼ੀਸ਼ੇ 'ਚ ਨਹੀਂ ਜੜ ਕੇ ਰੱਖਣੇ। ਤੇ ਸਿੱਖਾਂ ਨੂੰ ਉੱਥੇ ਚਾਹੀਦਾ ਸੀ ਗਾਤਰੇ ਪਾਈ 3 ਫੁੱਟੀ ਕਿਰਪਾਨ ਨਾਲ ਸਿਰ ਉਹਦਾ ਕੱਦੂ ਵਾਂਗੂ ਲਾ ਕੇ ਮਾਰਦੇ ਤੇ ਮੁੜ ਕੇ ਕੋਈ ਏਦਾਂ ਦੀ ਬੇਅਦਬੀ ਨਾ ਹੁੰਦੀ। ਜੇ ਇਹ ਕਾਨੂੰਨ ਅਸੀਂ ਸਿੱਖ ਆਪ ਦੇ ਵਿੱਚ ਲਾਗੂ ਨਹੀਂ ਕਰ ਸਕਦੇ ਤੇ ਫਿਰ ਰੋਣਾ ਕਿਉਂ ਆ ਅਸੀਂ ਵੀ ਬੇਅਦਬੀਆਂ ਹੁੰਦੀਆਂ ਤਾਂ ਹੋਣਗੀਆਂ ਫਿਰ ਜਦੋਂ ਅਸੀਂ ਢਿੱਲ ਵਰਤੀ ਜਾਂਦੇ ਹਾਂ। ਹੁਣ ਵੀ ਸਿੱਖਾਂ ਨੇ ਕੀ ਕਰਤਾ, ਅਸੀਂ ਮੰਨੀਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਗ੍ਹਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬੈਠੇ ਆਨੰਦਪੁਰ ਸਾਹਿਬ। ਇਹ ਜਿਹੜੀ ਸ੍ਰੀ ਕੇਸਗੜ੍ਹ ਸਾਹਿਬ ਦੀ ਜਗ੍ਹਾ ਹੈਗੀ ਆ, ਤਖਤ ਸਾਹਿਬ ਆ, ਇੱਥੋਂ ਸਿੱਖਾਂ ਦੀ ਜੜ ਲੱਗੀ ਆ। ਜੇ ਤੁਸੀਂ ਅੱਜ ਇੰਗਲੈਂਡ ਦੇ ਵਿੱਚ ਬੈਠ ਕੇ ਇੰਟਰਵਿਊ ਕਰਦੇ ਆ ਤੇ ਅੱਜ ਜੇ ਸਾਡੀ ਜੜ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਨਾ ਲੱਗਦੀ ਤੇ ਅਸੀਂ ਅੱਜ ਹੋਂਦ ਵਿੱਚ ਨਹੀਂ ਹੋਣਾ ਸੀ। ਜਿੱਥੋਂ ਅਸੀਂ ਜੰਮੇ ਆ, ਜਿੱਥੋਂ ਸਾਡਾ ਇਤਿਹਾਸ ਸ਼ੁਰੂ ਹੋਇਆ, ਉੱਥੇ ਆ ਕੇ ਇੱਕ ਗੈਰ ਬੰਦਾ ਆ ਕੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉੱਤੇ ਆ ਕੇ ਸਿਗਰਟ ਦਾ ਧੂੰਆਂ ਮੂੰਹ ਤੇ ਫੁੱਕ ਜੇ ਆ ਕੇ ਤੇ ਸਿੱਖ ਜਿਉਂਦੇ ਕਾਹਦੇ ਵਾਸਤੇ ਮਰ ਜਾਣਾ ਚਾਹੀਦਾ। ਇਹ ਗੱਲਾਂ ਮੈਂ ਕਰਦਾ ਕਰਕੇ ਇਹਨਾਂ ਨੂੰ ਰੜਕਦੀਆਂ, ਇਸ ਕਰਕੇ ਮੈਨੂੰ ਕਮੇਟੀ ਚੋਂ ਬਾਹਰ ਕਰ ਦਿੱਤਾ। ਕਿ ਭਾਵ ਕਿ ਹੁਣ ਤੁਸੀਂ ਕੱਲ ਨੂੰ ਉਸ ਬੰਦੇ ਕੋਲ ਜਾ ਕੇ ਉਹਦੀ ਪੁੱਛ ਗਿੱਛ ਵੀ ਅੱਗੇ ਤੁਹਾਡੀ ਬੰਦ ਹੋ ਗਈ। ਇਹ ਤਾਂ ਬੜੀ ਬਹੁਤ ਹੀ ਮੰਦਭਾਗੀ ਘਟਨਾ ਇੱਕ ਹੋਰ ਵਾਪਰ ਗਈ ਕਿ ਜਦੋਂ ਸਿੱਖ ਅੱਗੇ ਹੋ ਕੇ ਪਹਿਲ ਲੈ ਕੇ ਉਹਦੀ ਤਸ਼ਵੀਸ਼ ਕਰਦੇ ਨੇ। ਕਈ ਲੋਕੀ ਇੱਥੇ ਆ ਵੀ ਕਹਿੰਦੇ ਹੈਗੇ ਨੇ ਜਿਵੇਂ ਬਰਗਾੜੀ ਦਾ ਕਾਂਡ ਹੋਇਆ ਸੀ ਤੇ ਉਹਦੇ ਸਾਰੇ ਸਬੂਤਾਂ ਨੂੰ ਮਿਟਾਇਆ ਗਿਆ ਸੀ, ਕਿ ਕਿਤੇ ਇੱਥੇ ਤਾਂ ਇਹ ਕਾਰਜ ਨਹੀਂ ਹੋਏਗਾ, ਜਾਂ ਤੁਸੀਂ ਤੁਹਾਡੇ ਬਾਰੇ ਕਹਿ ਰਹੇ ਨੇ ਲੋਕੀ ਕਿ ਕਿਤੇ ਤੁਸੀਂ ਸਰਕਾਰ ਦੀ ਹਾਂ ਵਿੱਚ ਹਾਂ ਤਾਂ ਨਹੀਂ ਮਿਲਾ ਦਿੱਤੀ ਹੈ ਕਿ ਇਸ ਨੂੰ ਹੁਣ ਤੁਸੀਂ ਕੰਮ ਨੂੰ ਰਫਾ ਦਫਾ ਕਰ ਰਹੇ ਹੋ। ਨਹੀਂ ਜੀ, ਉਹ ਤਾਂ ਸੰਗਤ ਨੂੰ ਇੱਥੋਂ ਵਾਲੀ ਨੂੰ ਪਤਾ ਵਾ। ਜਦੋਂ ਅਸੀਂ ਤਫਤੀਸ਼ ਕਰ ਲਈ, ਸਾਡਾ ਕੱਲ ਦੂਜਾ ਦਿਨ ਆ, 5 ਵਜੇ ਤੋਂ 8 ਵਜੇ ਤੱਕ ਬੰਦਾ ਸਾਡੇ ਕੋਲੇ ਹਾਜ਼ਰ ਹੋਊਗਾ ਤੇ 5:15 ਵਜੇ ਅਸੀਂ ਲੇਟ ਹੋਏ ਆ, ਇੱਥੋਂ ਨਿਕਲੇ ਆ। ਉੱਥੇ ਜਦੋਂ ਸੰਗਤ ਨੂੰ ਕਹਿ ਕੇ ਗਏ ਆ ਮੇਰੀ 8 ਵਜੇ ਤੱਕ ਵੇਟ ਕਰਿਓ, ਆ ਕੇ ਤੁਹਾਨੂੰ ਅਪਡੇਟ ਦੇ ਦਾਂਗੇ ਜੀ, ਤੇ ਸੰਗਤ ਦੇ ਵਿੱਚ ਸਬਰ ਚਾਹੀਦਾ ਸੀ। ਜਾ ਕੇ ਅਸੀਂ ਉੱਥੇ ਪੁੱਛ-ਗਿੱਛ ਕੀਤੀ ਆ ਤੇ ਇਹੀ ਪਤਾ ਹੋਇਆ ਵੀ ਅੰਮ੍ਰਿਤ ਛਕਿਆ ਸੀ ਤੇ ਹਜੇ ਪਤਾ ਕਰਨਾ ਸੀ ਕਿਹਨੇ ਛਕਾਇਆ, ਕਿੱਥੋਂ ਛਕਿਆ, ਨਾਲ ਕੌਣ ਸੀ। ਉਦੋਂ ਬਾਅਦ ਸੰਗਤ ਪਿੱਛੋਂ ਲੜ ਪਈ ਆ ਤੇ ਜਿਹੜੀ ਪੁਲਿਸ ਆ ਸਾਡੇ ਕੋਲੇ ਤੇ ਉਹਨਾਂ ਨੇ ਤਾਂ ਫਿਰ ਉੱਥੇ ਆਉਣਾ ਨਾ ਜਿੱਥੇ ਲੜਾਈ ਆ, ਤੇ ਜੇ ਪੁਲਿਸ ਉੱਥੋਂ ਆਊਗੀ ਤੇ ਬੰਦਾ ਵੀ ਸਾਨੂੰ ਛੱਡਣਾ ਪੈਣਾ। ਇਸ ਕਰਕੇ ਸਿੱਖ ਕੌਮ ਸਾਡੇ ਕਾਰਜ ਆ, ਸਾਡੀਆਂ ਸੇਵਾਵਾਂ, ਅਸੀਂ ਘਟਦੇ ਕਿਉਂ ਜਾਂਦੇ ਆ, ਅਸੀਂ ਮਰਦੇ ਕਿਉਂ ਜਾਂਦੇ ਆ, ਕਿਉਂਕਿ ਸਾਡੇ ਲੋਕ ਹੀ ਸਾਡੀਆਂ ਲੱਤਾਂ ਖਿੱਚਦੇ ਆ ਜੀ। ਸੰਗਤ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਸੀ। ਕੱਲ ਨੂੰ 4 ਦਿਨ ਪੂਰੇ ਹੋ ਜਾਣੇ, ਲੈ ਕੱਲ ਨੂੰ ਸਾਰਾ ਕੁਝ ਤੁਹਾਨੂੰ ਸੰਗਤ ਨੂੰ ਦੱਸ ਦਿੰਦੇ, ਕਿੰਨਾ ਵਧੀਆ ਹੁੰਦਾ, ਸਾਨੂੰ ਪਤਾ ਲੱਗ ਜਾਂਦਾ ਬੇਅਦਬੀ ਕਰਾਉਂਦਾ ਕੌਣ ਅਸਲ 'ਚ। ਇਸ ਸਮੇਂ ਤੁਸੀਂ ਕੀ ਮਹਿਸੂਸ ਕਰ ਰਹੇ ਹੋ, ਇਸ ਬਾਰੇ ਸੰਗਤਾਂ ਨੂੰ ਦੱਸਣ ਦੀ ਕਿਰਪਾਲਤਾ ਕਰੋ। ਇਸ ਸਮੇਂ ਤਾਂ ਕੀ ਮਹਿਸੂਸ ਕਰਨਾ, ਇਹੀ ਮਹਿਸੂਸ ਕਰਦੇ ਆ ਵੀ ਜਿਹੜੀ ਸਿੱਖ ਸੰਗਤ ਆ ਇਹ ਆਪ ਹੀ ਮੂਹਰੇ ਲਾ ਦਿੰਦੀ ਆ ਤੇ ਆਪ ਹੀ ਗਦਾਰ ਦਾ ਧੱਬਾ ਲਾਉਂਦੀ ਆ। ਜੇ ਸਿੱਖ ਸੰਗਤ ਦੇ ਕਹਿਣ ਤੇ ਮੈਂ ਅੰਦਰ ਗਿਆ ਸੀ ਤੇ ਮੈਂ ਤੁਹਾਨੂੰ ਇੰਨਾ ਕੁਛ ਇਨਫੋਰਮੇਸ਼ਨ ਦੇਤੀ ਆ। ਇਹ ਇਨਫੋਰਮੇਸ਼ਨ ਨਾ ਤਾਂ ਗੌਰਮੈਂਟ ਨੇ ਦੇਣੀ ਆ, ਨਾ ਪ੍ਰਸ਼ਾਸਨ ਨੇ, ਨਾ ਕਮੇਟੀ ਨੇ ਜੀ। ਮੈਂ ਸੰਗਤ ਦਾ ਸਿੰਘ ਆ, ਸੰਗਤ ਨੇ ਮੈਨੂੰ ਬਣਾਇਆ। ਹੁਣ ਤੱਕ ਕਿੰਨੀਆਂ ਬੇਅਦਬੀਆਂ ਹੋ ਗਈਆਂ, ਬਰਗਾੜੀ ਹੋਈ ਆ, ਜਾਂ ਇਸ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਨੂੰ ਅੱਗ ਲਾਤੀ ਤੇਲ ਪਾ ਕੇ ਔਰਤ ਵੱਲੋਂ ਜੀ।
ਕਿਸੇ ਵੀ ਕੇਸ ਦੀ ਇੰਨੀ ਇਨਫੋਰਮੇਸ਼ਨ ਬਾਹਰ ਆਈ ਆ? ਨਹੀਂ। ਇਹਦੀ ਇਨਫੋਰਮੇਸ਼ਨ ਇਸ ਕਰਕੇ ਬਾਹਰ ਆ ਗਈ ਆ ਜੀ, ਮੈਂ ਵਿਕਿਆ ਹੋਇਆ ਨਹੀਂ, ਮੈਂ ਕਿਸੇ ਦਾ ਨਹੀਂ ਹੈਗਾ, ਮੈਂ ਸੰਗਤ ਦਾ, ਤੇ ਸੰਗਤ ਨੂੰ ਦੱਸਤਾ ਸਾਰਾ ਕੁਝ। ਜੇ ਸੰਗਤ 2 ਦਿਨ ਹੋਰ ਵੇਟ ਕਰ ਲੈਂਦੀ ਤੇ ਆਪਣੇ ਸਾਰੇ ਮਸਲੇ ਹੱਲ ਹੋ ਜਾਂਦੇ ਸੀ। ਇਸ ਕਰਕੇ ਸੰਗਤ ਲੱਤਾਂ ਖਿੱਚਦੀ ਆ, ਤੇ ਮੈਨੂੰ ਇਹਦਾ ਕੋਈ ਪਰਵਾਹ ਨਹੀਂ ਹੈਗੀ, ਕਿਉਂਕਿ ਮੈਨੂੰ ਪਤਾ ਵਾ ਇਹ ਨਤੀਜੇ ਮਾੜੇ ਹੁੰਦੇ ਇਹਨਾਂ ਚੀਜ਼ਾਂ ਦੇ। ਪਰ ਮੈਂ ਵਰਕ ਕਰਨਾ ਚਾਹੁੰਦਾ ਸੀ, ਮੈਂ ਤਫਤੀਸ਼ ਕਰਨਾ ਚਾਹੁੰਦਾ ਸੀ, ਮੇਰੀ ਜਿਹੜੀ ਪਹੁੰਚ ਸੀ ਉੱਥੋਂ ਤੱਕ ਪਹੁੰਚਣ ਦੀ, ਜੇਲ੍ਹ ਤੱਕ, ਉਹ ਬੰਦੇ ਤੱਕ, ਉਹ ਇਹਨਾਂ ਨੇ ਰਾਹ ਮੇਰਾ ਬੰਦ ਕਰ ਦਿੱਤਾ, ਜਿਹਦੇ ਕਰਕੇ ਹੁਣ ਕੁਝ ਸਵਾਲਾਂ ਦੇ ਜਵਾਬ ਮੈਂ ਨਹੀਂ ਦੇ ਸਕਦਾ। ਪਰ ਮੈਂ, ਤੁਸੀਂ ਇਹ ਵੇਖੋ, ਸਾਰੇ ਦੇਸ਼ਾਂ ਵਿਦੇਸ਼ਾਂ ਦੀ ਤੇ ਪੰਜਾਬ ਦੀ ਸੰਗਤ ਇੱਕ ਪਾਸੇ ਜੀ, ਮੈਂ ਇੱਕ ਪਾਸੇ। ਜਿਹੜੀ ਇਨਫੋਰਮੇਸ਼ਨ ਮੈਂ ਦੇਤੀ ਸਾਰੇ ਸਿੱਖਾਂ ਦੇ ਵਿੱਚੋਂ ਕਿਸੇ ਕੋਲੇ ਹੈਗੀ ਆ ਇਹ? ਮੈਂ ਲੋਕਾਂ ਨਾਲ ਦਾ ਬੰਦਾ, ਮੈਂ ਸੰਗਤ ਦੇ ਵਿੱਚ ਰਹਿਣ ਵਾਲਾ ਬੰਦਾ, ਤੇ ਮੈਂ ਆਪਦੇ ਨਾਲੋਂ ਵੱਧ ਕੇ ਕਾਰਜ ਕਰ ਰਿਹਾ ਨਾ, ਤੇ ਫਿਰ ਕਰ ਲੈਣ ਦੋ। ਹੁਣ ਤੁਸੀਂ ਦੱਸੋ, ਮੈਂ ਵੀ ਸੰਗਤ ਦੇ ਵਿੱਚ ਰਲ ਗਿਆ, ਤੇ ਹੁਣ ਸਾਨੂੰ ਕੌਣ ਦੱਸੂਗਾ ਵੀ ਉਹਨੂੰ ਕਿਹਨੇ ਭੇਜਿਆ, ਉਹਦੇ ਨਾਲ ਦੂਜਾ ਬੰਦਾ ਕੌਣ ਸੀ? ਅੱਗੇ ਪੁੱਛਣ ਲੱਗੀ ਸੀਗੀ ਕਿ ਜੇ ਤੁਹਾਨੂੰ ਉਹਨਾਂ ਨੇ ਕੱਢ ਵੀ ਦਿੱਤਾ, ਤੁਸੀਂ ਆਪਣੇ ਆਪ ਨੂੰ ਗੁਰੂ ਕਲਗੀਧਰ ਦਾ ਪੁੱਤਰ ਕਹਿਲਾਉਂਦੇ ਹੋ, ਉਹਦੀ ਸੇਵਾ ਵਿੱਚ ਉਹਦੀ ਬੇਦਬੀ ਦਾ ਬਦਲਾ ਲੈਣਾ ਚਾਹੁੰਦੇ ਹੋ, ਕੀ ਤੁਸੀਂ ਆਪਣੇ ਆਪ ਵਿੱਚ ਕੁਝ ਪਤਾ ਕਰ ਸਕਦੇ ਹੋ ਕਿ ਉਹ ਬੰਦਾ ਪਿੱਛੇ ਇਹਦੇ ਕਿਹਦਾ ਹੱਥ ਹੈ ਤੇ ਕਿਸ ਨੇ ਕਰਵਾਇਆ? ਹੋ ਸਕਦਾ ਇਸਦਾ, ਜਾਂ ਆਪ ਜੀ ਇਹੋ ਜਿਹੀ ਕੋਈ ਕਾਰਵਾਈ ਅੱਗੇ ਕਰੋਗੇ? ਹਾਂਜੀ, ਜਿੰਨੀ ਕੁ ਮੇਰੇ ਕੋਲ ਇਨਫੋਰਮੇਸ਼ਨ ਹੈਗੀ ਆ ਜੀ, ਉਹਦੇ ਤਾਂ ਮੈਂ ਜਿੰਨਾ ਚਿਰ ਮੇਰੇ ਸਾਹ ਚੱਲਦੇ ਆ, ਜ਼ਿੰਦਗੀ ਆ, ਚਾਹੇ 2 ਦਿਨ ਦੀ ਆ ਤੇ ਚਾਹੇ 100 ਦਿਨ ਦੀ ਆ, ਉਹ ਤਾਂ ਮੈਂ ਕਰੂੰਗਾ ਜੀ, ਉਹ ਤਾਂ ਕਰਦੇ ਰਵਾਂਗੇ। ਪਰ ਜਿਹੜੇ ਬੰਦੇ ਹਜੇ ਲੁਕੇ ਆ ਵੀ ਕੌਣ ਨਾਲ ਆਇਆ ਸੀ, ਇਹਦੀ ਘਰ ਵਾਲੀ ਕੌਣ ਆ, ਕੀ ਕੰਮ ਕਰਦੀ ਆ, ਇਹਨੂੰ ਅੰਮ੍ਰਿਤ ਕਿਹਨੇ ਛਕਾਇਆ, ਉਹਦਾ ਤਾਂ ਮੈਨੂੰ ਨਾਮ ਨਹੀਂ ਪਤਾ, ਉਹਦਾ ਮੈਨੂੰ ਚਿਹਰਾ ਵੀ ਨਹੀਂ ਪਤਾ, ਮੈਂ ਉਹਨਾਂ ਨੂੰ ਲੱਭੂਗਾ ਕਿਵੇਂ? ਰੌਲਾ ਇਸ ਗੱਲ ਦਾ। ਇਹ ਚੀਜ਼ਾਂ ਨੂੰ ਪਤਾ ਕਰਨ ਵਾਸਤੇ ਮੈਨੂੰ ਕਮੇਟੀ 'ਚ ਜਾ ਕੇ ਉਹ ਬੰਦੇ ਨੂੰ ਮਿਲਣਾ ਬਹੁਤ ਜ਼ਰੂਰੀ ਸੀ। ਹੁਣ ਤੁਸੀਂ ਸਿੱਖ ਸੰਗਤ ਨੂੰ ਕੀ ਕਹੋਗੇ ਇਹਦੇ ਬਾਰੇ? ਸਿੱਖ ਸੰਗਤ ਨੂੰ ਤਾਂ ਹੁਣ ਕੀ ਕਹਿਣਾ ਜੀ? ਸਿੱਖ ਸੰਗਤ ਨੂੰ ਤਾਂ ਬੇਨਤੀ ਕਰ ਸਕਦੇ ਆ ਭਾਈ ਵੀ ਬੇਅਦਬੀਆਂ ਰੁਕਣੀਆਂ ਨਹੀਂ ਹੈਗੀਆਂ। ਏਦਾਂ ਤੁਸੀਂ ਕਿਹਦੇ ਤੇ ਯਕੀਨ ਕਰੋਗੇ? ਜੇ ਸਿੱਖ ਸੰਗਤ ਦਾ ਬਣਾਇਆ ਹੋਇਆ ਸਿੰਘ ਤੁਸੀਂ ਉਹਦੇ ਤੇ ਯਕੀਨ ਨਹੀਂ ਕੀਤਾ, ਫਿਰ ਤੁਸੀਂ ਕਿਹਦੇ ਤੇ ਯਕੀਨ ਕਰੋਗੇ? ਮੰਨ ਲਓ ਅੱਜ ਇੱਥੇ ਬੇਅਦਬੀ ਹੋਈ ਹੈ, ਰੁਕਣੀਆਂ ਥੋੜੀ ਆ। ਮੰਨ ਲਓ ਕਿਸੇ ਹੋਰ ਪਿੰਡ ਸ਼ਹਿਰ ਹੋ ਗਈ, ਉੱਥੇ ਜਿਹੜੀ ਕਮੇਟੀ ਬਣੂਗੀ ਉਹਦੇ ਤੇ ਵੀ ਨਹੀਂ ਯਕੀਨ ਤੁਹਾਨੂੰ ਤਾਂ। ਤੇ ਇਹਦਾ ਹੱਲ ਕੀ ਆ? ਤੁਸੀਂ ਘੱਟੋ ਘੱਟ ਮੇਰੇ ਤੇ ਇਸ ਕੇਸ 'ਚ ਯਕੀਨ ਕਰਦੇ। ਮੇਰਾ ਪਹਿਲਾ ਕੇਸ ਸੀ ਇਹ ਜੀ। ਅੱਜ ਤੱਕ ਜਿੰਨੇ ਅਮਰਤਪਾਲ ਸਿੰਘ ਨੇ ਕੇਸ ਹੈਂਡਲ ਕੀਤੇ ਆ, ਸਾਰਿਆਂ ਦਾ 100% ਰਿਜ਼ਲਟ ਦਿੱਤਾ ਸੰਗਤ ਨੂੰ, ਤੇ ਸੰਗਤ ਖੁਸ਼ ਵੀ ਆ। ਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਮੈਨੂੰ ਕਿੰਨੀਆਂ ਕੁ ਜਥੇਬੰਦੀਆਂ ਨੇ ਤੇ ਕਿਹੜੇ ਪਿੰਡਾਂ ਦੇ ਵਿੱਚੋਂ ਮੈਨੂੰ ਸਨਮਾਨਿਤ ਕਰਤਾ ਜੀ। ਤੇ ਜਿਹੜਾ ਇਹ ਕੇਸ ਸੀ ਮੇਰੇ ਪਾਤਸ਼ਾਹ ਜੀ ਦਾ ਸਥਾਨ ਆ, ਸਿੱਖ ਸੰਗਤਾਂ ਦਾ, ਸਾਰਿਆਂ ਦਾ ਸਾਡਾ ਧਰਮ ਇੱਕ ਆ, ਤੇ ਸਾਡੇ ਪਰਿਵਾਰ ਦੀ ਗੱਲ ਸੀ, ਸਾਡੇ ਘਰ ਦੀ ਗੱਲ ਸੀ, ਤੇ ਮੈਂ ਇਹਦੇ ਵਿੱਚ 1 ਮਿੰਟ ਵੀ ਇੱਧਰ ਉੱਧਰ ਨਹੀਂ ਹੋਣ ਦੇਣਾ ਸੀ, ਤੇ ਮੈਂ ਸਾਰੇ ਦੋਸ਼ੀ ਸਾਹਮਣੇ ਲਿਆਉਣੇ ਸੀ ਜੀ। ਤੇ ਇਹਨਾਂ ਦੀ ਗਲਤੀ ਨੇ, ਇਹਨਾਂ ਦੇ ਬੰਦਿਆਂ ਦੀ ਲੜਾਈ ਨੇ, ਇਹਨਾਂ ਨੇ ਮੇਰੇ ਤੇ ਝੂਠਾ ਇਲਜ਼ਾਮ ਲਾਉਣ ਨੇ, ਤੇ ਸਾਨੂੰ ਆ ਕਟਹਿਰੇ 'ਚ ਖੜਾ ਕਰਕੇ ਲਿਆ ਕੇ ਖੜਾ ਕਰਤਾ ਵੀ ਹੁਣ ਰਹਿ ਹੀ ਕੁਛ ਨਹੀਂ ਗਿਆ ਕੋਲੇ। ਤੁਹਾਡੇ ਤੇ ਇਲਜ਼ਾਮ ਕਿਹੜੇ ਲਗਾਏ ਨੇ ਸੰਗਤ ਨੇ, ਉਹਦੇ ਬਾਰੇ ਦੱਸੋ। ਸੰਗਤ ਨੇ ਇਲਜ਼ਾਮ ਕੋਈ ਨਹੀਂ ਲਾਏ। ਕਮੇਟੀ ਦੀ ਜਿਹੜੀ ਨਵੀਂ ਕਮੇਟੀ ਬਣੀ ਆ, ਉਹ ਕਮੇਟੀ 'ਚ ਆਉਣ ਲਈ ਮੈਂਬਰਾਂ ਨੇ ਸੰਗਤ ਨੂੰ ਭੜਕਾਇਆ ਵੀ ਅੱਜ 2 ਦਿਨ ਹੋ ਗਏ ਅਮਰਤਪਾਲ ਸਿੰਘ ਨੂੰ ਕਮੇਟੀ ਦਾ ਮੈਂਬਰ ਬਣਾਏ ਨੂੰ, ਸਾਨੂੰ ਦੱਸਦਾ ਨਹੀਂ ਅਪਡੇਟ ਕੀ ਆ ਜੀ। ਤੇ ਜੇ ਉਹ ਅਪਡੇਟ ਇਹਨਾਂ ਨੂੰ ਦੱਸ ਦਿੰਦੇ, ਇਹਨਾਂ ਨੇ ਰੌਲਾ ਪਾ ਦੇਣਾ ਸੀ, ਤੇ ਜਿਹੜੇ ਬੰਦੇ ਸਾਨੂੰ ਚਾਹੀਦੇ ਉਹਨਾਂ ਨੇ ਭੱਜ ਜਾਣਾ ਸੀ, ਤੇ ਸਾਡੀ ਫੇਰ ਤਫਤੀਸ਼ ਰੁਕ ਜਾਣੀ ਸੀ। ਇਲਜ਼ਾਮ ਲਾਉਣ ਵਾਲੇ ਤਾਂ ਇਲਜ਼ਾਮ ਕੋਈ ਵੀ ਲਾ ਦੇਣਾ। ਉਹਨਾਂ ਨੇ ਇਹ ਕਹਿ ਦੇਣਾ ਹੁੰਦਾ, ਹਰੇਕ ਨੇ ਮੂੰਹ ਹਿਲਾਉਣਾ, ਮੂੰਹ ਤੇ ਕਿਹੜਾ ਪਾਸਵਰਡ ਲੱਗਾ ਵੀ ਖੁੱਲਣਾ ਨਹੀਂ। ਅਗਲੇ ਨੇ ਕਹਿਣਾ ਜੀ ਵਿਕ ਗਿਆ, ਅਗਲੇ ਨੇ ਕਹਿਣਾ ਜੀ ਬਦਲ ਗਿਆ, ਅਗਲੇ ਨੇ ਕਹਿਣਾ ਜੀ ਉਹਨਾਂ ਨੇ ਖਰੀਦ ਲਿਆ, ਤੇ ਸੰਗਤ ਨੇ ਪਿੱਛੇ ਲੱਗ ਜਾਣਾਗਾ, ਤੇ ਉਹ ਸਾਰਾ ਖੇਡ ਆ ਜਿਹੜੀ ਵੈਰੀਫਿਕੇਸ਼ਨ ਆ ਸਾਰੀ ਰੁਕ ਜਾਣੀ ਆ। ਤੇ ਫਿਰ ਸੰਗਤ ਨੂੰ ਪੁੱਛ ਗਿਆ ਹੁਣ ਕੀ ਆ, ਤੇ ਜਿਹੜਾ ਬੰਦਾ ਅੱਗ ਲਾਉਂਦਾ ਤੇ ਉਹ ਆਪਦਾ ਘਰੇ ਜਾ ਕੇ ਸੌਂ ਜਾਂਦਾ, ਤੇ ਸੰਗਤ ਇਹਦੇ ਵਿੱਚ ਧੋਖੇ 'ਚ ਰਹਿ ਜਾਂਦੀ ਆ, ਤੇ ਸਾਡੀਆਂ ਕਾਰਵਾਈਆਂ ਠੱਪ ਹੋ ਜਾਂਦੀਆਂ। ਇਹ ਬਹੁਤ ਮੰਦਭਾਗੀ ਘਟਨਾ ਤੁਹਾਡੇ ਨਾਲ ਇੱਕ ਹੋਰ ਵਾਪਰ ਗਈ ਹੈ, ਜਿੱਥੇ ਅਸੀਂ ਆਪਣੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਜੀ ਦਾ ਇਹਨੂੰ ਉੱਥੇ ਆਪਣੇ ਗੁਰਧਾਮ ਨੂੰ ਇਨਸਾਫ ਦਿਵਾਉਣਾ ਸੀ, ਸਿੱਖ ਸੰਗਤ ਨੂੰ ਇਨਸਾਫ ਦਿਵਾਉਣਾ ਸੀਗਾ। ਉੱਥੇ ਤੁਹਾਨੂੰ ਕਮੇਟੀ ਚੋਂ ਕੱਢ ਕੇ ਇੱਕ ਹੋਰ ਮੰਦਭਾਗੀ ਕਿ ਇਹਦੇ ਪਿੱਛੇ ਸਾਜ਼ਿਸ਼ਾਂ ਹੈਗੀਆਂ ਨੇ। ਇਹਨਾਂ ਦੇ ਸੰਗਤ ਦਾ ਸ਼ਰਾਰਤੀ ਅਨਸਰਾਂ ਦੀ ਤੁਹਾਨੂੰ ਗੱਲ ਦੱਸਦੇ ਆ। ਹਾਂਜੀ। ਉਹਨਾਂ ਬੰਦਿਆਂ ਨੇ ਪਹਿਲੀ ਕਮੇਟੀ ਬਣਾਈ ਜੀ,
ਉਹ ਕਮੇਟੀ 5 ਘੰਟਿਆਂ 'ਚ ਬੇਪਸੰਦ ਕਰਕੇ ਤੋੜ ਕੇ ਉਹਦੇ 'ਚ ਨਵੇਂ ਬੰਦੇ ਪਾਏ, ਉਹਦੇ 'ਚ ਮੈਨੂੰ ਵੀ ਪਾ ਲਿਆ ਜੀ। ਇਹ ਕਮੇਟੀ ਪਸੰਦ ਨਹੀਂ ਆਈ, ਇਹ ਕਮੇਟੀ ਭੰਗ ਕਰਤੀ ਇਹਨਾਂ ਨੇ, ਕੱਲ ਨਵੀਂ ਕਮੇਟੀ ਬਣਾ ਲਈ। ਅੱਜ ਉਹ ਕਮੇਟੀ ਪੁੱਛ ਗਿੱਛ ਕਰਨ ਹਜੇ ਜਾ ਹੀ ਰਹੀ ਸੀ ਤੇ ਰਸਤੇ 'ਚ ਮੋੜ ਕੇ ਕਹਿੰਦੇ ਨਹੀਂ ਸਾਨੂੰ ਤੁਹਾਡੇ ਯਕੀਨ ਤੇ ਨਹੀਂ, ਫਿਰ ਚੌਥੀ ਕਮੇਟੀ ਬਣਾਈ। ਫਿਰ ਯਕੀਨ ਕਿਹਦੇ ਤੇ? ਜਿਹੜੀ ਚੌਥੀ ਕਮੇਟੀ ਬਣਾਈ ਆ ਉਹ ਅੰਦਰ ਤਾਂ ਜਾਈ ਆ ਤੇ ਹਜੇ ਤੱਕ ਉਹਨਾਂ ਨੇ ਦੱਸਿਆ ਕੁਛ ਨਹੀਂ ਵੀ ਅਸੀਂ ਕੰਮ ਕੀ ਕਰਿਆ ਆ, ਤੇ ਨਾ ਕੋਈ ਟਾਈਮ ਦਿੰਦੇ ਵੀ ਅਸੀਂ ਅੱਜ ਨਹੀਂ ਦੱਸਣਾ, ਤੁਹਾਨੂੰ ਪਰਸੋਂ ਦੱਸਾਂਗੇ। ਮੈਂ ਤਾਂ 4 ਦਿਨ ਮੰਗ ਲਏ ਸੀ ਨਾ। ਜੀ ਬਿਲਕੁਲ ਉਹ ਬਿਲਕੁਲ। ਸਾਨੂੰ 2-4 ਘੰਟੇ ਦੇ ਦੇਣ, ਪਰ ਉਹਨਾਂ ਨੇ ਹਜੇ ਤੱਕ ਮੂੰਹ ਹੀ ਨਹੀਂ ਖੋਲ੍ਹਿਆ। ਇਹਦਾ ਮਤਲਬ ਇਹ ਹੈ ਵੀ ਮੈਨੂੰ ਬਾਹਰ ਕੱਢਣਾ ਸੀ ਕਿਸੇ ਕੀਮਤ ਤੇ ਉਹ ਮੈਨੂੰ ਕੱਢਤਾ ਤੇ ਹੁਣ ਸਾਰੇ ਤੁਰੇ ਫਿਰੋ ਡਗਮਗ ਵੱਜਦੇ। ਸੋ ਬਹੁਤ ਹੀ ਮੰਦਭਾਗੀ ਘਟਨਾ ਇੱਕ ਤੇ ਇੱਕ ਵਾਪਰੀ ਜਾ ਰਹੀ ਹੈ। ਜੇ ਉਹ ਮੁਲਜ਼ਮ ਉਹ ਸ਼ਰਾਰਤੀ ਅਨਸਰ ਫੜੇ ਜਾਂਦੇ ਤਾਂ ਸਾਡੇ ਗੁਰਧਾਮਾਂ ਤੇ ਫਿਰ ਕੋਈ ਅਟੈਕ ਨਾ ਕਰਦਾ। ਸੋ ਸਮਝ ਨਹੀਂ ਲੱਗਦੀ ਪਈ ਕਿ ਇਹਦੇ ਪਿੱਛੇ ਕਿਹਨਾਂ ਦਾ ਹੱਥ ਹੈ, ਕਿਹੜੀਆਂ ਵੱਡੀਆਂ ਤਾਕਤਾਂ ਨੇ। ਜੇ ਆਪਾਂ ਬਰਗਾੜੀ ਦੇ ਕਾਂਡ ਨੂੰ ਵੇਖੀਏ, ਸਿੰਘ ਸ਼ਹੀਦ ਹੋ ਗਏ, ਬੱਚੇ ਸ਼ਹੀਦ ਹੋ ਗਏ, ਗੁਰੂ ਗ੍ਰੰਥ ਸਾਹਿਬ ਜੀ ਦੀ ਕੋੜ ਅਪਮਾਨ ਬੇਦਬੀ ਹੋ ਗਈ। ਜੇ ਆਪਾਂ ਕੁੰਵਰ ਪ੍ਰਤਾਪ ਸਿੰਘ ਵੱਲ ਚੱਲੀਏ, ਉਹਨੇ ਵੀ ਕਿਹਾ ਸੀਗਾ ਕਿ ਮੈਂ ਸਾਰੇ ਸਬੂਤ ਪੰਥ ਦੇ ਸਾਹਮਣੇ ਲੈ ਕੇ ਆਵਾਂਗਾ, ਪਰ ਅੰਤ ਵਿੱਚ ਆਖਰ ਦੇ ਵਿੱਚ ਉਹ ਵੀ ਆਪਣੀ ਨੌਕਰੀ ਤੋਂ ਅਸਤੀਫਾ ਦੇ ਕੇ ਚਲਾ ਜਾਂਦਾ। ਅੱਜ ਤੱਕ ਇਸ ਗੁੰਝਲ ਨੂੰ ਕੋਈ ਨਹੀਂ ਸਮਝ ਸਕਿਆ। ਆਪ ਜੀ ਨੇ ਸਾਰੀਆਂ ਗੱਲਾਂ ਉਹਨਾਂ ਨੇ, ਚਾਹੇ ਪ੍ਰਤਾਪ ਸਿੰਘ ਹੋਣਾ ਨੇ, ਉਹਨਾਂ ਨੇ ਕਹਿਤਾ ਮੈਂ ਅਸਤੀਫਾ ਦੇ ਦਿੱਤਾ, ਮੈਂ ਤੁਹਾਨੂੰ ਪ੍ਰੂਫ ਦੇਵਾਂਗਾ ਜੀ। ਉਹਨਾਂ ਨੇ ਪ੍ਰੂਫ ਬਰਗਾੜੀ ਕਾਂਡ ਦੇ ਦੇਣੇ ਸੀ ਜੀ। ਜਿੰਨੇ ਪ੍ਰੂਫ ਤੁਹਾਨੂੰ ਮੈਂ ਇਸ ਕੇਸ 'ਚ ਦੇਤੇ ਉਹਨਾਂ ਨੇ ਦਿੱਤੇ ਆ? ਕਿਸੇ ਨੇ ਨਹੀਂ ਨਾ ਦਿੱਤੇ। ਇਸ ਕਰਕੇ ਇਹ ਸਭ ਗੱਲਾਂ ਹੀ ਹੁੰਦੀਆਂ। ਸੰਗਤ ਨੂੰ ਸਮਝ ਜਾਣਾ ਚਾਹੀਦਾ ਸਹੀ ਕੌਣ ਆ, ਗਲਤ ਕੌਣ ਆ, ਕਿੱਥੇ ਸਾਡੇ ਤੋਂ ਗਲਤੀ ਹੋਈ ਆ। ਹਜੇ ਵੀ ਵਿਗੜ ਤਾਂ ਸਾਡਾ ਬਹੁਤ ਕੁਛ ਗਿਆ ਸੀ, ਤਾਂ ਤਬਾਹ ਹੋ ਗਏ, ਜਿੱਥੋਂ ਜੰਮੇ ਸੀ ਉੱਥੇ ਖਤਮ ਹੋ ਗਏ ਅੱਜ। ਤੇ ਜੇ ਇਦੋਂ ਬਾਅਦ ਜੇ ਅੱਗੇ ਲਾਉਂਦੇ ਆ ਜਾਂ ਅਸੀਂ ਇਸ ਚੀਜ਼ ਦੀ ਇਨਵੈਸਟੀਗੇਸ਼ਨ ਕਰਦੇ ਆ, ਸਿਰੇ ਤੱਕ ਲਿਜਾਣਗੇ ਤੇ ਅਸੀਂ ਜ਼ਰੂਰ ਸਾਰਾ ਕੁਝ ਸੰਗਤ ਦੇ ਸਾਹਮਣੇ ਕਵਾਂਗੇ, ਸੰਗਤ ਜੀ ਇੱਥੋਂ ਤੱਕ ਆਹ ਗੱਲ ਐ ਨਿਬੜੀ ਆ। ਤੁਸੀਂ ਇੱਕ ਗੱਲ ਸੋਚੋ, ਜਦੋਂ ਕੋਈ ਅਫਸਰ ਪੁਲਿਸ ਕਿਸੇ ਖਾੜਕੂ ਨੂੰ ਫੜਦੀ ਆ ਜੀ, ਮੀਡੀਆ 'ਚ ਇੰਨਾ ਹੀ ਦੱਸਦੀ ਆ ਵੀ ਬੰਦਾ ਫੜਿਆ ਗਿਆ, ਜੀ ਕੌਣ ਆ, ਕਿੱਥੋਂ ਆ, ਕਿੱਥੋਂ ਉਹਦੇ ਕੋਲੇ ਅਸਲਾ ਆਇਆ, ਕਿਹਦੇ ਸੰਪਰਕ 'ਚ ਆ, ਕਿਹੜੇ ਫੋਨ ਆ ਉਹਦੇ ਕੋਲੇ, ਉਹ ਨਹੀਂ ਨਾ ਦੱਸਦੇ। ਉਹ ਕਦੋਂ ਦੱਸਦੇ ਆ? ਜਦੋਂ ਬੰਦਾ ਜੇਲ੍ਹ 'ਚ ਉੱਠ ਜਾਂਦਾ। ਮਤਲਬ ਵੈਰੀਫਾਈ ਉਹ ਕੀ ਹੋ ਗਿਆ ਸਾਰਾ ਕੁਛ ਜੀ। ਸਾਡੇ ਕੋਲੇ ਵੈਰੀਫਾਈ ਕਰ ਲਈ 4 ਦਿਨ ਸੀ ਤੇ ਅਸੀਂ 4 ਦਿਨਾਂ ਬਾਅਦ ਹੀ ਸੰਗਤ ਨੂੰ ਦੱਸਣਾ ਸੀ ਭਾਈ ਆ ਇੱਥੋਂ ਤੱਕ ਪਹੁੰਚ ਗਏ ਸੀ। ਤੇ ਇੱਥੋਂ ਦੇ ਸੰਗਤ ਨੇ 2 ਦਿਨਾਂ ਬਾਅਦ ਰੌਲਾ ਪਾਲਿਆ ਤੇ 2 ਦਿਨ ਸਾਡੇ ਹੁਣ ਖਰਾਬ ਹੋ ਗਏ। ਨਾ ਹੁਣ ਉਹਨਾਂ ਨੇ ਕੁਛ ਕਰਨਾ ਤੇ ਨਾ ਸਾਨੂੰ ਕੁਛ ਕਰਨ ਦਿੱਤਾ, ਸਾਰਾ ਕੁਝ ਖਰਾਬ ਹੀ ਹੋ ਗਿਆ ਜੀ। ਤੇ ਫਿਰ ਵੀ ਮਹਾਰਾਜ ਦੀ ਕਿਰਪਾ ਨਾਲ ਅਸੀਂ ਪਿੱਛੇ ਨਹੀਂ ਹਟਾਂਗੇ, ਜਿੰਨੀ ਪਹੁੰਚ ਅਸੀਂ ਆਪਦੀ ਵਾਹ ਲਾਵਾਂਗੇ। ਤੇ ਬਾਕੀ ਮੈਂ ਹੁਣ ਤੁਹਾਨੂੰ ਬੇਨਤੀ ਕਰਨੀ ਸੀ, ਟਾਈਮ ਬਹੁਤ ਜ਼ਿਆਦਾ ਹੋ ਗਿਆ ਤੇ ਇੱਕ ਮੇਰੇ ਫੋਨ ਦੀ ਬੈਟਰੀ ਲੋ ਹੈ, ਬੰਦ ਹੋ ਜਾਣਾ। ਜੀ ਨਹੀਂ, ਮੈਂ ਆਪਦਾ ਧੰਨਵਾਦ ਕਰਦੀ ਹਾਂ। ਥੈਂਕ ਯੂ ਤੁਹਾਡਾ, ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਬਖਸ਼ਿਸ਼ ਕੀਤਾ ਹੈਗਾ। ਸੋ ਅੱਗੇ ਆਉਣ ਵਾਲੇ ਦਿਨਾਂ ਵਿੱਚ ਅਸੀਂ ਤੁਹਾਡੇ ਕੋਲ ਅਪਡੇਟ ਲੈਂਦੇ ਰਵਾਂਗੇ, ਤੁਹਾਡੇ ਨਾਲ ਕੰਟੈਕਟ ਵਿੱਚ ਰਵਾਂਗੇ, ਸੰਪਰਕ ਵਿੱਚ ਰਵਾਂਗੇ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਸੋ ਮੈਂ ਆਪਣੇ ਸਮੁੱਚੇ ਸਰੋਤੇ ਨੂੰ ਵੀ ਬੇਨਤੀ ਕਰਦੀ ਹਾਂ ਕਿ ਆਪ ਜੀ ਦੇਖੋ ਤੇ ਆਪ ਆਪਣੀ ਕਚਹਿਰੀ ਦੇ ਵਿੱਚ ਇਸ ਗੱਲ ਦਾ ਫੈਸਲਾ ਕਰੋ ਕਿ ਇੱਕ ਸਿੰਘ ਖੜਾ ਹੁੰਦਾ ਤੇ ਫਿਰ ਉਹਨੂੰ ਆਪਣੀ ਹੀ ਸੰਗਤ ਉਹਦੀਆਂ ਲੱਤਾਂ ਖਿੱਚ ਕੇ, ਭਾਈ ਸਾਹਿਬ ਵੀ ਕਹਿੰਦੇ ਮੇਰੇ ਲੱਤਾਂ ਖਿੱਚ ਕੇ ਮੈਨੂੰ ਕਮੇਟੀ ਚੋਂ ਬਾਹਰ ਕੱਢਿਆ ਗਿਆ, ਮੇਰੇ ਹੱਥੋਂ ਸਾਰੇ ਰਿਮਾਂਡ, ਮੇਰੇ ਹੱਕ, ਮੇਰੇ ਰਾਈਟਸ ਵਾਪਸ ਲੈ ਲਏ ਗਏ ਨੇ। ਮੈਂ ਹੁਣ ਸੰਗਤ ਵਰਗਾ ਸੰਗਤ ਵਿੱਚ ਵਿਚਰ ਰਿਹਾ, ਪਰ ਇਹਨਾਂ ਦਾ ਮਨ ਬਹੁਤ ਦੁਖੀ ਹੋਇਆ ਪਿਆ ਇਸ ਗੱਲ ਨਾਲ। 2 ਦਿਨਾਂ ਦੇ ਵਿੱਚ ਇਹਨਾਂ ਨੇ ਕਾਫੀ ਕੁਝ ਸੰਗਤ ਦੇ ਸਾਹਮਣੇ ਲਿਆ ਕੇ ਰੱਖ ਦਿੱਤਾ ਸੀ ਕਿ ਉਹਨੇ ਅੰਮ੍ਰਿਤ ਕਿਤੋਂ ਛਕਿਆ, ਕਦੋਂ ਛਕਿਆ, ਉਹ ਕਲੀਨ ਸ਼ੇਵ ਸੀ, ਉਹਦੀ ਘਰਵਾਲੀ PhD ਪੜ੍ਹੀ ਲਿਖੀ ਸੀ, ਸਾਰਾ ਕੁਝ ਤੁਹਾਡੇ ਸਾਹਮਣੇ ਭਾਈ ਸਾਹਿਬ ਨੇ ਆਪਣੀਆਂ ਗੱਲਾਂ ਕੀਤੀਆਂ ਨੇ। ਸੋ ਆਪਾਂ ਜ਼ਿਆਦਾ ਤੇ ਇਹਨਾਂ ਦਾ ਸਮਾਂ ਹੋਰ ਨਹੀਂ ਲੈਂਦੇ, ਰਾਤ ਤੱਕ ਸਮਾਂ ਕਾਫੀ ਹੋ ਗਿਆ ਇਹਨਾਂ ਦਾ। ਸੋ ਆਪਾਂ ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਵੱਲ ਵਧਦੇ ਹਾਂ ਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮੇਰੋਵਾਲੀ ਜੀ ਨਾਲ ਆਪਾਂ ਜ਼ਰੂਰ ਸੰਪਰਕ ਕਰਾਂਗੇ ਤੇ ਇਹਨਾਂ ਤੋਂ ਅੱਗੇ ਜਿਹੜੀ ਵਧੇਰੇ ਜਾਣਕਾਰੀ ਅਪਡੇਟ ਆਪਾਂ ਲੈਂਦੇ ਰਵਾਂਗੇ। ਸੋ ਧੰਨਵਾਦ ਇੱਕ ਵਾਰ ਫਿਰ ਅੰਮ੍ਰਿਤਪਾਲ ਸਿੰਘ ਜੀ ਮੇਰੋ ਦਾ ਧੰਨਵਾਦ ਜੀਓ। ਆਪ ਜੀ ਦੇਖਦੇ ਰਹੋ ਪੰਜਾਬੀ ਵਿਰਾਸਤ USA ਚੈਨਲ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।